ਗੁਰਪੂਰੈ ਮੇਰੀ ਰਾਖ ਲਈ। ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ। ਜਨਮ ਜਨਮ ਕੀ ਮੈਲ ਗਈ। ਨਿਵਰੇ ਦੂਤ ਦੁਸ਼ਟ ਬੈਰਾਈ। ਗੁਰਪੂਰੇ ਕਾ ਜਪਿਆ ਜਾਪ। ਕਹਾਂ ਕਰੈ ਕੋਈ ਵਿਚਾਰਾ। ਕਹਾਂ ਕਰੈ ਕੋਈ ਬੇਚਾਰਾ। ਪ੍ਰਭ ਮੇਰੇ ਕਾ ਬੜ ਪ੍ਰਤਾਪ। ਸਿਮਰ 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 ਸੁਖ ਪਾਇਆ। ਚਰਨ ਕਮਲ ਰਖ ਮਨ ਮਾਹੀ। ਤਾਕੀ ਸ਼ਰਨ ਪਰਿਓ ਨਾਨਕ ਦਾਸ। ਜਾਤੇ ਉਪਰ ਕੋ ਨਾਹੀ। ਸਿਮਰ 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 ਸੁਖ ਪਾਇਆ। ਚਰਨ ਕਮਲ ਰਖ ਮਨ ਮਾਹੀ। ਤਾਕੀ ਸ਼ਰਨ ਪਰਿਓ ਨਾਨਕ ਦਾਸ। ਜਾਤੇ ਉਪਰ ਕੋ ਨਾਹੀ। ਤੇਰੇ ਕਵਨ ਕਵਨ ਗੁਣ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਜੁਗ ਜੁਗ ਅਟਲ ਸਤਿਗੁਰੂ। ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਗਰੀਬ ਨਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿਖੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ। ਸਤਿਗੁਰੂ ਜੀ ਨੇ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ। ਸਾਨੂੰ ਆਪਣੀ ਪਾਵਨ ਪਵਿੱਤਰ ਸੁਭਾਗੀ ਗੋਦ ਦੀ ਦਾਤ ਬਖਸ਼ੀ ਹੈ ਔਰ ਗੁਰੂ ਕੀ ਹਜ਼ੂਰੀ ਦਾ ਆਨੰਦ ਮਾਣਦੇ ਹੋਏ ਗੁਰੂ ਘਰ ਦੇ ਸਤਿਕਾਰਯੋਗ ਸਨਮਾਨਯੋਗ ਕੀਰਤਨੀਆਂ ਪਾਸੋਂ ਪਾਵਨ ਔਰ ਪਵਿੱਤਰ ਬਾਣੀ ਦੇ ਸ਼ਬਦ ਕੀਰਤਨ ਪਿਆਰ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਹਨ। ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਸਦਾ ਕੁਰਬਾਨੀ। ਅਰਦਾਸ ਰੂਪ ਇਹ ਬਚਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿਖੇ ਸੁਭਾਈਮਾਨ ਹਨ। ਜਿਨ੍ਹਾਂ ਬਚਨਾਂ ਨੂੰ ਕੀਰਤਨ ਰੂਪ 'ਚ ਆਪ ਜੀ ਨੇ ਪਿਆਰ ਸਹਿਤ ਸਤਿਕਾਰ ਸਹਿਤ ਸ਼ਰਵਣ ਕੀਤਾ ਹੈ। ਕੀਰਤਨ ਤੋਂ ਉਪਰੰਤ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਉਚਾਰਨ ਕੀਤੇ ਹੋਏ ਪਾਵਨ ਔਰ ਪਵਿੱਤਰ ਸ਼ਲੋਕਾਂ ਦੀ ਨਿਤਾ ਪ੍ਰਤੀ ਪਿਆਰ ਸਤਿਕਾਰ ਸਹਿਤ ਆਪ ਜੀ ਵਿਚਾਰ ਸ਼ਰਵਣ ਕਰਦੇ ਹੋ।
ਵਿਚਾਰ ਦੀ ਲੜੀ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਅਦਬ ਪਿਆਰ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜੀ ਵੱਲੋਂ ਉਚਾਰਨ ਕੀਤੇ ਹੋਏ 107 ਸਲੋਕਾਂ ਤੱਕ ਦੀ ਵਿਚਾਰ ਪਿਛਲੇਰਿਆਂ ਦੀਵਾਨਾਂ 'ਚ ਆਪ ਜੀ ਨੇ ਲਗਾਤਾਰ ਸ਼ਰਵਣ ਕੀਤੀ ਹੈ। ਇਸ ਤੋਂ ਅਗਲੇ ਪਾਵਨ ਬਚਨਾਂ ਦੀ ਵਿਚਾਰ ਅੱਜ ਆਪਾਂ ਸਾਂਝੀ ਕਰਾਂਗੇ। ਔਰ ਪਿਛਲੇ 2 ਸਲੋਕ ਜਿਹੜੇ 106 ਨੰਬਰ 107 ਨੰਬਰ ਜੋ ਵਿਚਾਰ ਕਬੀਰ ਜੀ ਨੇ ਉਹਨਾਂ 2 ਸਲੋਕਾਂ 'ਚ ਕਹੀ, ਉਸੇ ਤਰ੍ਹਾਂ ਦੀ ਰਲਦੀ ਮਿਲਦੀ ਹੋਈ ਵਿਚਾਰ 108 ਨੰਬਰ ਸਲੋਕ 'ਚ ਆਪ ਜੀ ਨੇ ਕਹੀ ਹੈ। ਕਬੀਰ ਸਾਹਿਬ ਜੀ ਵਿਚਾਰ ਸਾਡੇ ਸਾਹਮਣੇ ਰੱਖ ਰਹੇ ਨੇ ਕਿ ਜਿਹੜੇ ਮਨੁੱਖ ਪਰਮਾਤਮਾ ਦੇ ਸਿਮਰਨ ਨੂੰ ਛੱਡ ਕੇ ਹੋਰ ਕਰਮ ਕਰਦੇ ਨੇ, ਉਹਨਾਂ ਦੇ ਨਾਲ ਕੀ ਵਰਤਦਾ ਹੈ। 106 ਨੰਬਰ ਸਲੋਕ 'ਚ ਕਬੀਰ ਸਾਹਿਬ ਨੇ ਕਿਹਾ ਕਿ ਜਿਹੜਾ ਵਾਹਿਗੁਰੂ ਦਾ ਨਾਮ ਛੱਡ ਕੇ ਤੇ ਕੇਵਲ ਕੁਟੁੰਬ ਨੂੰ, ਪਰਿਵਾਰ ਨੂੰ ਪਾਲਣ 'ਚ ਹੀ ਲੱਗਿਆ ਹੋਇਆ ਹੈ। ਪਰਿਵਾਰ ਨੂੰ ਵੇਖੋ ਪਾਲਣਾ ਇਹ ਸਾਡੀ ਜ਼ਿੰਮੇਵਾਰੀ ਹੈ। ਸਮਾਜਿਕ ਪਰਿਵਾਰਕ ਇੱਕ ਫਰਜ਼ ਹੈ। ਬੱਚਿਆਂ ਪ੍ਰਤੀ ਮਾਤਾ ਪਿਤਾ ਦਾ ਫਰਜ਼ ਹੈ, ਮਾਤਾ ਪਿਤਾ ਪ੍ਰਤੀ ਬੱਚਿਆਂ ਦੇ ਫਰਜ਼ ਨੇ। ਹਰ ਰਿਸ਼ਤੇ ਨਾਤੇ ਦੇ ਆਪਣੇ ਆਪਣੇ ਫਰਜ਼ ਹਨ, ਜ਼ਿੰਮੇਵਾਰੀਆਂ ਨੇ। ਉਹ ਜ਼ਿੰਮੇਵਾਰੀਆਂ ਨਿਭਾਉਣੀਆਂ ਸਾਡੇ ਸਭ ਦੇ ਲਈ ਜ਼ਰੂਰੀ ਹੈ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਜ਼ਿੰਮੇਵਾਰ ਬਣਾਇਆ ਹੈ, ਇੱਕ ਜ਼ਿੰਮੇਵਾਰ ਇਨਸਾਨ। ਜੋਗੀ ਲੋਕ ਗੁਰੂ ਨਾਨਕ ਮਹਾਰਾਜ ਜੀ ਨੂੰ ਮਿਲੇ। ਇਹ ਉਹ ਜੋਗੀ ਲੋਕ ਸਨ ਜਿਹੜੇ ਆਪਣੇ ਘਰ ਦੀਆਂ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਛੱਡ ਕੇ ਪਰਿਵਾਰਕ ਤੇ ਸਮਾਜਿਕ ਜੀਵਨ ਤੋਂ ਭਗੌੜੇ ਹੋ ਕੇ ਜੰਗਲਾਂ 'ਚ ਜਾ ਕੇ ਬੈਠੇ, ਪਹਾੜਾਂ 'ਚ ਜਾ ਕੇ ਬੈਠੇ, ਦਿਨ ਰਾਤ ਗ੍ਰਸਤ ਦੀ ਨਿੰਦਿਆ ਕਰਦੇ ਸਨ। ਗੁਰੂ ਮਹਾਰਾਜ ਨੇ ਉਹਨਾਂ ਨੂੰ ਕਬੂਲ ਨਹੀਂ ਕੀਤਾ। ਆਪ ਸਾਰੇ ਗੁਰੂ ਸਾਹਿਬਾਨ ਪਰਿਵਾਰਕ ਜੀਵਨ ਦੇ ਵਿੱਚ ਵਿਚਰੇ ਹਨ ਔਰ ਉਹਨਾਂ ਨੇ ਸਗਲ ਧਰਮ ਮੈਂ ਗ੍ਰਸਤ ਪ੍ਰਧਾਨ ਦਾ ਉਪਦੇਸ਼ ਸਾਨੂੰ ਬਖਸ਼ਿਆ। ਪਰਿਵਾਰ ਨੂੰ ਪਾਲਣਾ, ਪਰਿਵਾਰ ਨੂੰ ਸੰਭਾਲਣਾ ਇਹ ਤੇ ਹੈ ਸਾਡੀ ਜ਼ਿੰਮੇਵਾਰੀ, ਸਾਡਾ ਫਰਜ਼। ਪਰ ਇਹਦੇ ਤੋਂ ਬਿਨਾਂ ਜਿਹੜਾ ਸਾਡਾ ਮਨੁੱਖਾ ਜੀਵਨ ਦਾ ਅਸਲੀ ਮਨੋਰਥ ਹੈ ਉਹ ਸਾਨੂੰ ਭੁੱਲਣਾ ਨਹੀਂ ਚਾਹੀਦਾ। ਜੇ ਉਸ ਮਨੋਰਥ ਨੂੰ ਭੁਲਾ ਕੇ ਤੇ ਕੇਵਲ ਪਰਿਵਾਰ ਤੱਕ, ਸਮਾਜ ਤੱਕ, ਧੰਦੇ ਤੱਕ ਅਸੀਂ ਉਲਝੇ ਪਏ ਹਾਂ ਤੇ ਫਿਰ ਸਮਝੋ ਗੁਰੂ ਮਹਾਰਾਜ ਕਹਿੰਦੇ ਤੂੰ ਜੀਵਨ ਦੀ ਖੇਡ ਵਿਗਾੜ ਰਿਹਾ ਹੈ। ਜਿੱਥੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ ਜ਼ਿੰਮੇਵਾਰ ਅਸੀਂ ਬਣਨਾ, ਉੱਥੇ ਜਿਹੜਾ ਸਾਡੇ ਜੀਵਨ ਦਾ ਅਸਲੀ ਮਨੋਰਥ ਹੈ, ਟਾਰਗੇਟ ਹੈ, ਉਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ। ਸੋ ਕਬੀਰ ਸਾਹਿਬ ਕਹਿੰਦੇ ਜਿਹੜਾ ਹਰ ਕਾ ਸਿਮਰਨ ਛੱਡ ਕੇ, ਵਾਹਿਗੁਰੂ ਦਾ ਸਿਮਰਨ ਛੱਡ ਕੇ ਕੇਵਲ ਪਰਿਵਾਰ ਨੂੰ ਹੀ ਪਾਲਣ ਤੇ ਲੱਗਿਆ, ਭਾਵ ਇੱਥੇ ਹੀ ਅਟਕਿਆ ਪਿਆ ਹੈ, ਅਖੀਰ ਉਹਦੇ ਪੱਲੇ ਕੁਝ ਨਹੀਂ ਜੇ ਪੈਂਦਾ। ਕਿਉਂਕਿ ਇਹ ਜਿੰਨੇ ਸੰਸਾਰ ਦੇ ਸੰਬੰਧੀ, ਇਹਨਾਂ ਦਾ ਸਾਥ ਕੇਵਲ ਸੰਸਾਰ ਤੱਕ ਹੈ, ਲੋਕ ਤੱਕ ਹੈ। ਵਾਹਿਗੁਰੂ ਜੀ ਦਾ ਨਾਮ ਲੋਕ ਪਰਲੋਕ ਦਾ ਸਾਥੀ ਹੈ ਤੇ ਉਹ ਨਾਮ ਧਨ ਜਦੋਂ ਜੀਵ ਦੇ ਪੱਲੇ ਨਹੀਂ ਹੁੰਦਾ ਤੇ ਫਿਰ ਜੀਵ ਮਾਲਕ ਦੇ ਘਰ ਕਬੂਲ ਨਹੀਂ ਪੈਂਦਾ। ਦੂਜੇ ਨੰਬਰ ਤੇ ਕਬੀਰ ਸਾਹਿਬ ਕਹਿੰਦੇ ਜਿਹੜੇ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ, ਮੜੀਆਂ ਮਸਾਣਾਂ 'ਚ, ਵਹਿਮਾਂ ਭਰਮਾਂ 'ਚ ਫਸੇ ਹੋਏ ਦੀਵੇ ਜਗਾਉਣ ਦੇ ਲਈ ਜਾਂਦੇ ਹਨ, ਉਹ ਵੀ ਸਮਝੋ ਆਪਣੀ ਜ਼ਿੰਦਗੀ, ਆਪਣਾ ਜੀਵਨ ਬਰਬਾਦ ਹੀ ਕਰ ਰਹੇ ਨੇ।
ਹੁਣ ਅਗਲੀ ਗੱਲ ਅੱਜ ਜਿਹੜੀ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਨੇ, ਇਹ ਇੱਕ ਉਹ ਬਹੁਤ ਵੱਡੇ ਵਹਿਮ ਦੀ ਗੱਲ ਹੈ ਜਿਹਦਾ ਹੁਣ ਸਿੱਖ ਮਤ, ਸਿੱਖ ਧਰਮ, ਗੁਰਮਤ ਦੇ ਨਾਲ ਸੰਬੰਧ ਤਾਂ ਕੋਈ ਨਹੀਂ ਹੈ। ਪਰ ਅਕਸਰ ਅਸੀਂ ਵੇਖਦੇ ਹਾਂ ਸਾਡੇ ਸਿੱਖ ਪਰਿਵਾਰਾਂ, ਘਰਾਂ ਦੇ ਵਿੱਚ ਵੀ ਇਹ ਵਹਿਮ, ਇਹ ਭਰਮ ਹੁੰਦਾ ਹੈ। ਕਬੀਰ ਸਾਹਿਬ ਫਰਮਾਨ ਕਰਦੇ ਹਨ, ਕਬੀਰ ਹਰਿ ਕਾ ਸਿਮਰਨ ਛੱਡ ਕੇ ਆਹੋਈ ਰਾਖੈ ਨਾਰ। ਪਰਮਾਤਮਾ ਦਾ ਸਿਮਰਨ ਛੱਡ ਦਿੱਤਾ ਤੇ ਆਹੋਈ ਦੇਵੀ ਦਾ ਵਰਤ ਰੱਖ ਲਿਆ। ਹੁਣ ਇਹ ਜਿਹੜੀ ਵਰਤ ਰੱਖਣ ਵਾਲੀ ਵਿਚਾਰ ਹੈ ਸਿੱਖੀ ਦਾ, ਗੁਰਮਤ ਦਾ, ਇਹਦੇ ਨਾਲ ਕੋਈ ਸੰਬੰਧ ਨਹੀਂ ਹੈ। ਪ੍ਰਥਮ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ। ਮਹਾਰਾਜ ਕਹਿੰਦੇ, ਅੰਨ ਨਾ ਖਾਹੇ ਦੇਹੀ ਦੁੱਖ ਦੀਜੈ, ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ। ਸਾਡੇ ਸਰੀਰ ਦੇ ਲਈ ਅੰਨ ਪਾਣੀ ਅਤਿਅੰਤ ਜ਼ਰੂਰੀ ਹੈ, ਭੋਜਨ ਬੜਾ ਜ਼ਰੂਰੀ ਹੈ। ਗੁਰੂ ਕਹਿੰਦੇ ਤੇਰਾ ਖਾਣਾ ਇੱਕ ਮਰਿਆਦਾ 'ਚ ਰਹਿ ਕੇ ਖਾਣਾ ਹੋਣਾ ਚਾਹੀਦਾ। ਨਾ ਵੇਖੋ ਗੁਰੂ ਨੇ ਖਾਣਾ ਛੱਡਣ ਵਾਲਿਆਂ ਨੂੰ ਪ੍ਰਵਾਨ ਕੀਤਾ, ਜਿਹੜੇ ਧਰਮ ਦਾ ਨਾਮ ਵਰਤ ਕੇ ਵਰਤ ਆਦਿਕ ਰੱਖਣ ਦਾ ਪਖੰਡ ਕਰਦੇ ਨੇ, ਗੁਰੂ ਨੇ ਉਹਨਾਂ ਨੂੰ ਕਬੂਲ ਨਹੀਂ ਕੀਤਾ। ਤੇ ਜਿਹੜੇ ਸੰਸਾਰੀ ਐਸ਼ ਪ੍ਰਸਤੀ ਦੀ ਗੱਲ ਕਰਕੇ ਤੇ ਕੇਵਲ ਪਦਾਰਥਾਂ ਦੇ ਭੋਗਾਂ 'ਚ ਹੀ ਫਸੇ ਹੋਏ ਨੇ, ਗੁਰੂ ਨੇ ਉਹਨਾਂ ਨੂੰ ਵੀ ਕਬੂਲ ਨਹੀਂ ਕੀਤਾ। ਕਹਿੰਦੇ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਤੇ ਰੋਗ। ਨਾ ਤਾਂ ਬਿਲਕੁਲ ਪਦਾਰਥਾਂ ਦੇ ਭੋਗਾਂ 'ਚ ਫਸਣਾ ਹੈ, ਨਾ ਬਿਲਕੁਲ ਤਿਆਗ ਕੇ ਲਾਂਭੇ ਹੋਣਾ ਹੈ। ਖਾਣਾ ਹੈ ਕਿਉਂਕਿ ਸਰੀਰ ਨੂੰ ਚੱਲਦੇ ਰਹਿਣ ਦੇ ਲਈ, ਤੰਦਰੁਸਤ ਰਹਿਣ ਦੇ ਲਈ, ਜਿਉਂਦੇ ਰਹਿਣ ਦੇ ਲਈ ਖੁਰਾਕ ਦੀ, ਭੋਜਨ ਦੀ ਜ਼ਰੂਰਤ ਹੈ। ਤੇ ਜੇ ਕੋਈ ਇਸਤਰੀ ਕਵੇ ਮੈਂ ਸਾਲ 'ਚ ਇੱਕ ਦਿਨ ਭੋਜਨ ਛੱਡ ਦੇਵਾਂ, ਉਹਦੇ ਨਾਲ ਸ਼ਾਇਦ ਮੇਰੇ ਘਰ ਵਾਲੇ ਦੀ, ਮੇਰੇ ਪਤੀ ਦੀ ਉਮਰ ਲੰਬੀ ਹੋ ਜਾਏਗੀ। ਜਿਹੜਾ ਕਰਵਾ ਚੌਥ ਆਦਿਕ ਦਾ ਵਰਤ ਇਸਤਰੀਆਂ ਰੱਖਦੀਆਂ ਨੇ, ਉਹ ਇੱਕ ਭਰਮ ਹੈ। ਧੰਨ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ 4 ਚੀਜ਼ਾਂ ਐਸੀਆਂ ਹਨ ਜਿਹੜੀਆਂ ਧਨ ਹਨ, ਜਿਨ੍ਹਾਂ ਦੇ ਅੱਗੇ ਸਿਰ ਝੁਕਦਾ ਹੈ। ਸਾਡੀਆਂ ਜ਼ਰੂਰਤਾਂ ਹਨ ਇਹ ਚੀਜ਼ਾਂ। ਉਹ ਕਬੀਰ ਸਾਹਿਬ ਜੀ ਦਾ ਬਚਨ ਹੈ, ਕਹਿੰਦੇ ਧੰਨ ਗੋਪਾਲ ਧੰਨ ਗੁਰਦੇਵ। ਸਭ ਤੋਂ ਪਹਿਲੇ ਨੰਬਰ ਤੇ ਗੋਪਾਲ। ਗੋਪਾਲ ਦਾ ਭਾਵ ਅਕਾਲ ਪੁਰਖ ਪਰਮਾਤਮਾ, ਪਾਲਣਹਾਰ ਵਾਹਿਗੁਰੂ, ਜਿਨੇ ਰਹਿਮਤ ਕਰਕੇ ਸਾਨੂੰ ਜੀਵਨ ਦੀ ਦਾਤ ਬਖਸ਼ੀ ਹੈ। ਧੰਨ ਗੁਰਦੇਵ। ਤੇ ਦੂਜੇ ਨੰਬਰ ਤੇ ਗੁਰੂ ਧੰਨ ਹੈ, ਜਿਹੜਾ ਗੁਰੂ ਸਾਨੂੰ ਰੱਬ ਦੇ ਨਾਲ ਜੋੜਦਾ ਹੈ, ਜਿਹੜਾ ਗੁਰੂ ਸਾਡੇ ਜੀਵਨ 'ਚੋਂ ਅਗਿਆਨਤਾ ਦਾ ਹਨੇਰਾ, ਭਰਮ ਭੁਲੇਖਾ ਖਤਮ ਕਰਦਾ ਹੈ, ਜਿਹੜਾ ਗੁਰੂ ਸਾਨੂੰ ਭੁੱਲਿਆਂ ਭਟਕਿਆਂ ਨੂੰ ਸਿੱਧੇ ਰਸਤੇ ਤੇ ਪਾਉਂਦਾ ਹੈ, ਜਿਹੜੇ ਗੁਰੂ ਦੀ ਕਿਰਪਾ, ਮਿਹਰਮਤ ਤੇ ਗਿਆਨ ਸਦਕਾ ਅਸੀਂ ਪਸ਼ੂ ਬਿਰਤੀ ਤੋਂ ਬਦਲ ਕੇ ਨਾ ਕੇਵਲ ਮਨੁੱਖ ਬਿਰਤੀ ਬਲਕਿ ਦੇਵ ਬਿਰਤੀ ਤੱਕ ਪਹੁੰਚਦੇ ਹਾਂ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਪੂਰੇ ਗੁਰੂ ਦੀਆਂ ਬੜੀਆਂ ਬਰਕਤਾਂ ਹਨ। ਇਸੇ ਕਰਕੇ ਗੁਰੂ ਨੂੰ ਧੰਨ ਧੰਨ ਕਰਕੇ ਸਲਾਹਿਆ ਗਿਆ ਹੈ। ਕੱਚੋਂ ਕੰਚਨ ਭਇਓ ਸ਼ਬਦ ਗੁਰ ਸ਼ਰਵਣ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਪਣਿਓ। ਲੋਹ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ। ਕਾਠੋਂ ਸ਼੍ਰੀਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨਕੇ ਗਏ। ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ਼ ਪ੍ਰੇਤ ਸੁਰ ਨਰ ਪਏ। ਇੱਕ ਕਬੀਰ ਸਾਹਿਬ ਜੀ ਦਾ ਦੋਹਾ ਬੜਾ ਪ੍ਰਚਲਿਤ ਹੈ ਕਿ ਪਰਮਾਤਮਾ ਤੇ ਗੁਰੂ ਦੋਵੇਂ ਸਾਹਮਣੇ ਖਲੋਤੇ ਹਨ। ਕਿਹਦੇ ਚਰਨਾਂ 'ਚ ਮੈਂ ਪਹਿਲਾਂ ਨਮਸਕਾਰ ਕਰਾਂ? ਤੇ ਉੱਥੇ ਕਬੀਰ ਸਾਹਿਬ ਨੇ ਉਸ ਦੋਹੇ 'ਚ ਕਿਹਾ ਹੈ ਕਿ ਮੈਂ ਰੱਬ ਨੂੰ ਛੱਡ ਕੇ ਤੇ ਗੁਰੂ ਦੇ ਚਰਨਾਂ 'ਚ ਝੁਕਦਾ ਹਾਂ, ਕਿਉਂਕਿ ਜਿਹੜੇ ਗੁਰੂ ਨੇ ਕਿਰਪਾ ਕਰਕੇ ਸਾਨੂੰ ਰੱਬ ਦੇ ਨਾਲ ਮਿਲਾਇਆ ਹੈ। ਗੁਰੂ ਵਿਚੋਲਾ ਹੈ। ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸ਼ੀਟ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਧੰਨ ਗੋਪਾਲ, ਉਹ ਵਾਹਿਗੁਰੂ ਧੰਨ ਹੈ ਜਿਹਨੇ ਸਾਨੂੰ ਪੈਦਾ ਕੀਤਾ, ਜਿਹੜਾ ਸਾਨੂੰ ਪਾਲ ਰਿਹਾ ਹੈ।
ਧੰਨ ਗੁਰਦੇਵ, ਗੁਰੂ ਧੰਨ ਹੈ ਜਿਹੜੇ ਗੁਰੂ ਦੀ ਕਿਰਪਾ ਮਿਹਰਮਤ ਸਦਕਾ ਅਸੀਂ ਰੱਬ ਦੇ ਨਾਲ ਜੁੜਦੇ ਹਾਂ। ਤੇ ਤੀਜੇ ਨੰਬਰ ਤੇ ਉਹ ਕਹਿੰਦੇ ਧੰਨ ਅਨਾਦ ਭੂਖੇ ਕਵਲ ਟਹਿਕੇਵ। ਤੀਜੇ ਨੰਬਰ ਤੇ ਅਨਾਜ ਅੰਨ ਧਨ ਹੈ, ਭੋਜਨ ਖੁਰਾਕ ਧਨ ਹੈ, ਜਿਹਦੇ ਸਦਕਾ ਸਾਨੂੰ ਤ੍ਰਿਪਤੀ ਮਿਲਦੀ ਹੈ। ਜੇ ਹੋਵੇ ਪੇਟ ਭੁੱਖਾ, ਤੇ ਕਬੀਰ ਸਾਹਿਬ ਦਾ ਹੀ ਬਚਨ ਹੈ ਕਿ ਭੁੱਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲੀਜੈ। ਭੁੱਖੇ ਪੇਟ ਤੇ ਭਗਤੀ ਵੀ ਨਹੀਂ ਹੁੰਦੀ ਹੈ। ਸਰੀਰ ਤੰਦਰੁਸਤ ਹੋਏਗਾ ਤੇ ਬੰਦਾ ਭਗਤੀ ਕਰੇਗਾ। ਤੇ ਸਰੀਰ ਤੰਦਰੁਸਤ ਤਾਂ ਹੈ ਜੇ ਅੰਦਰ ਭੋਜਨ ਖੁਰਾਕ ਗਈ ਹੈ, ਨਹੀਂ ਤੇ ਭੁੱਖੇ ਬੰਦੇ ਨੂੰ ਤੇ ਹਰ ਚੀਜ਼ 'ਚੋਂ ਲੰਗਰ ਹੀ ਪ੍ਰਸ਼ਾਦਾ ਹੀ ਦਿਸਦਾ ਹੈ। ਚੰਦਰਮਾ ਵੀ ਉਹਨੂੰ ਇੱਦਾਂ ਲੱਗਦਾ ਕਿ ਜਿਵੇਂ ਰੋਟੀ ਹੈ। ਇਸ ਕਰਕੇ ਜਿਹੜਾ ਅਨਾਜ ਸਾਨੂੰ ਤ੍ਰਿਪਤ ਕਰਨ ਵਾਲਾ ਹੈ, ਜਿਹੜਾ ਭੋਜਨ ਸਾਨੂੰ ਤ੍ਰਿਪਤ ਕਰਨ ਵਾਲਾ, ਉਹਨੂੰ ਛੱਡਣਾ ਨਹੀਂ ਹੈ, ਉਹ ਤੇ ਖੁਰਾਕ ਖਾਣੀ ਹੈ। ਕਬੀਰ ਸਾਹਿਬ ਕਹਿੰਦੇ ਉਹ ਵੀ ਧਨ ਹੈ। ਔਰ ਧਨ ਉਹ ਸੰਤ ਜਿਨ ਐਸੀ ਜਾਨੀ ਤਿਨ ਕੋ ਮਿਲਿਓ ਸਾਰੰਗ ਪਾਣੀ। ਫਿਰ ਕਹਿੰਦੇ ਉਹ ਗੁਰਮੁਖ ਜਨ ਧਨ ਹਨ ਜਿਨ੍ਹਾਂ ਨੇ ਪਹਿਲੀਆਂ ਤਿੰਨ ਚੀਜ਼ਾਂ ਦੀ ਅਹਿਮੀਅਤ ਨੂੰ ਸਮਝ ਲਿਆ। ਜਿਹਨੂੰ ਇਹ ਪਤਾ ਲੱਗ ਗਿਆ ਕਿ ਰੱਬ ਅਕਾਲ ਪੁਰਖ ਧੰਨ, ਉਹਦੇ ਨਾਲ ਜੁੜਨਾ ਹੈ, ਉਹਨੂੰ ਛੱਡੇ ਤੋਂ ਬਿਨਾਂ ਸਾਡੇ ਜੀਵਨ ਦਾ ਗੁਜ਼ਾਰਾ ਨਹੀਂ ਹੈ। ਗੁਰੂ ਨਾਲ ਜੁੜਨਾ ਹੈ, ਗੁਰੂ ਤੋਂ ਬਿਨਾਂ ਸਾਡੇ ਜੀਵਨ ਦਾ ਗੁਜ਼ਾਰਾ ਨਹੀਂ ਹੈ, ਸਫਲਤਾ ਨਹੀਂ ਹੈ। ਅਨਾਜ ਅੰਨ ਦੇ ਨਾਲ ਜੁੜਨਾ, ਅੰਨ ਪਾਣੀ ਖਾਣਾ ਹੈ, ਉਹਦੇ ਤੋਂ ਬਿਨਾਂ ਸਾਡੇ ਜੀਵਨ ਦਾ ਗੁਜ਼ਾਰਾ ਨਹੀਂ ਹੈ। ਕਬੀਰ ਸਾਹਿਬ ਕਹਿੰਦੇ ਧੰਨ ਓਏ ਸੰਤ ਜਿਨ ਐਸੀ ਜਾਨੀ ਤਿੰਨ ਕੋ ਮਿਲਿਓ ਸਾਰੰਗ ਪਾਣੀ। ਫਿਰ ਉਹਨਾਂ ਨੂੰ ਉਹ ਸਾਰੰਗ ਪਾਣੀ ਧਨੁਖ ਧਾਰੀ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ, ਇੱਕ ਮਿਕਤਾ ਅਭੇਦਤਾ ਪ੍ਰਾਪਤ ਹੁੰਦੀ ਹੈ। ਉਹ ਅੱਗੇ ਚੱਲ ਕੇ ਕਹਿੰਦੇ ਆਦ ਪੁਰਖ ਤੇ ਹੋਏ ਅਨਾਦ ਜਪੀਐ ਨਾਮ ਅੰਨ ਕੈ ਸਾਧ। ਕਹਿੰਦੇ ਭੋਜਨ ਖਾਣਾ ਆਪਣੀ ਜ਼ਰੂਰਤ ਹੈ ਜੀਵਨ ਦੇ ਲਈ, ਨਾਲ ਖੁਰਾਕ ਭੋਜਨ ਵੀ ਖਾਵੋ, ਨਾਲ ਦੀ ਨਾਲ ਪ੍ਰਮਾਤਮਾ ਦਾ ਨਾਮ ਵੀ ਜਪੋ। ਤੇ ਉਸੇ ਸ਼ਬਦ ਅੰਦਰ ਅੱਗੇ ਚੱਲ ਕੇ ਫਿਰ ਕਬੀਰ ਸਾਹਿਬ ਨੇ ਉਹ ਭਰਮ ਦੀ ਗੱਲ ਕੀਤੀ ਜਿਹੜੇ ਲੋਕ ਕਹਿੰਦੇ ਹਨ ਜੀ ਅਸੀਂ ਰੱਖਿਆ ਹੈ ਵਰਤ ਤੇ ਅੱਜ ਕੁਝ ਖਾਣਾ ਨਹੀਂ ਹੈ। ਕਈ ਵਰਤ ਪ੍ਰਚਲਿਤ ਹਨ ਸਨਾਤਨ ਮਤ ਅੰਦਰ, ਸਿੱਖੀ ਦਾ ਗੁਰਮਤ ਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ। ਅਕਸਰ ਇਹ ਆਪਾਂ ਵਾਰ-ਵਾਰ ਵਿਚਾਰ ਕਰਦੇ ਵੀ ਹਾਂ, ਪਰ ਗੱਲ ਮੰਨਣ ਦੀ ਹੈ। ਜਿਵੇਂ ਆਪਾਂ ਪਿੱਛੇ ਵੀ ਕਬੀਰ ਸਾਹਿਬ ਦੇ ਬਚਨਾਂ ਦੀ ਵਿਚਾਰ ਕਰਦਿਆਂ ਇਹ ਵਿਚਾਰ ਕੀਤੀ ਸੀ ਕਿ ਇਹ ਨਹੀਂ ਹੈ ਕਿ ਸਾਨੂੰ ਜਾਣਕਾਰੀ ਨਹੀਂ ਹੈ, ਪਤਾ ਤੇ ਸਾਨੂੰ ਹੈ ਕਿ ਕੀ ਗਲਤ ਹੈ ਕੀ ਠੀਕ ਹੈ, ਪਰ ਗੱਲ ਤੇ ਮੰਨਣ ਦੀ ਹੈ। ਜਦੋਂ ਵਕਤ ਆਉਂਦਾ ਹੈ ਮੰਨਣ ਦਾ ਤੇ ਉਦੋਂ ਆਪਾਂ ਮੰਨਣ ਵਾਲੇ ਪਾਸਿਓਂ ਕੰਨੀ ਕਤਰਾ ਲੈਂਦੇ ਹਾਂ, ਮੰਨਣ ਵਾਲੇ ਪਾਸਿਓਂ ਮੁੱਕਰ ਜਾਂਦੇ ਹਾਂ। ਪਤਾ ਸਾਨੂੰ ਹੈ ਤੇ ਹੁਣ ਪਤਾ ਹੋਣ ਤੇ ਹੀ ਗੱਲ ਪੂਰੀ ਨਹੀਂ ਹੁੰਦੀ, ਕੇਵਲ ਗਿਆਨ ਦੇ ਨਾਲ ਹੀ ਗੱਲ ਪੂਰੀ ਨਹੀਂ ਹੁੰਦੀ। ਗੱਲ ਤੇ ਹੈ ਉਹਨੂੰ ਮੰਨਣ ਦੇ ਨਾਲ, ਕਮਾਉਣ ਦੇ ਨਾਲ। ਤੇ ਕਬੀਰ ਸਾਹਿਬ ਕਹਿੰਦੇ ਹੁਣ ਛੋੜੈ ਅੰਨ ਕਰੈ ਪਖੰਡ ਨਾ ਸੁਹਾਗਣ ਨਾ ਉਹ ਰੰਡ। ਉਹਨੂੰ ਨਾ ਸੁਹਾਗਣਾ 'ਚ ਨਾ ਗੈਰ ਸੁਹਾਗਣਾ 'ਚ ਕਬੀਰ ਸਾਹਿਬ ਗਿਣਦੇ ਨੇ ਜਿਹੜੇ ਅੰਨ ਪਾਣੀ ਛੱਡ ਕੇ ਬੈਠੇ ਵਰਤ ਆਦਿਕ ਰੱਖਦੇ ਨੇ। ਤੇ ਇੱਥੇ ਹੁਣ ਕਬੀਰ ਸਾਹਿਬ ਅੱਜ ਦੇ ਸ਼ਲੋਕ 'ਚ ਗੱਲ ਕਰ ਰਹੇ ਹਨ ਕਿ ਲੋਕ ਜਿਹੜਾ ਵਰਤ ਰੱਖਦੇ ਹਨ, ਅਹੋਈ ਦੇਵੀ ਦਾ ਵਰਤ, ਕਰਵਾ ਚੌਥ ਸਮੇਂ ਜਿਹੜਾ ਵਰਤ ਰੱਖਿਆ ਜਾਂਦਾ ਹੈ। ਹੁਣ ਹਿੰਦੂ ਮਤ ਅੰਦਰ ਵੱਖਰੇ ਵੱਖਰੇ ਦੇਵੀ ਦੇਵਤਿਆਂ ਦੀਆਂ ਵੱਖਰੀਆਂ ਵੱਖਰੀਆਂ ਸਵਾਰੀਆਂ ਮੰਨੀਆਂ ਗਈਆਂ ਹਨ। ਜਿਵੇਂ ਦੁਰਗਾ ਦੀ ਸਵਾਰੀ ਕਹਿੰਦੇ ਬੱਬਰ ਸ਼ੇਰ ਹੈ, ਤਸਵੀਰਾਂ ਵੀ ਬਣੀਆਂ ਹੁੰਦੀਆਂ ਨੇ, ਮੂਰਤੀਆਂ, ਸ਼ੇਰ ਦੇ ਉੱਪਰ ਉਹ ਦੁਰਗਾ ਬੈਠੀ ਹੈ। ਇਸੇ ਤਰ੍ਹਾਂ ਗਣੇਸ਼ ਜੀ ਦੀ ਸਵਾਰੀ ਉਹਨਾਂ ਨੇ ਮੰਨਿਆ ਹੈ ਕਿ ਚੂਹਾ ਹੈ, ਚੂਹੇ ਦੀ ਸਵਾਰੀ ਗਣੇਸ਼ ਭਗਵਾਨ ਕਰਦੇ ਹਨ। ਬ੍ਰਹਮਾ ਦੀ ਸਵਾਰੀ ਹੰਸ ਹੈ ਤੇ ਸ਼ਿਵ ਜੀ ਦੀ ਅਸਵਾਰੀ ਉਹ ਚਿੱਟਾ ਬਲਦ। ਇਹ ਸਨਾਤਨ ਮਤ ਦੇ ਜੋ ਉਹਨਾਂ ਦੇ ਗ੍ਰੰਥ ਜਾਂ ਵਿਚਾਰਾਂ ਪ੍ਰਚਲਿਤ ਨੇ ਉਹਦੇ ਮੁਤਾਬਕ ਹੈ। ਇਸੇ ਤਰ੍ਹਾਂ ਜਿਹੜੀ ਅਹੋਈ ਦੇਵੀ ਜਾਂ ਸ਼ੀਤਲਾ ਦੇਵੀ ਹੈ ਜਿਹਦਾ ਵਰਤ ਲੋਕ ਰੱਖਦੇ ਨੇ, ਇਸਤਰੀਆਂ ਰੱਖਦੀਆਂ ਨੇ, ਉਹਦੀ ਅਸਵਾਰੀ ਮੰਨਿਆ ਹੈ ਗਧੇ ਨੂੰ, ਖੋਤੇ ਨੂੰ। ਤੇ ਹੁਣ ਕਬੀਰ ਸਾਹਿਬ ਕਹਿੰਦੇ ਠੀਕ ਹੈ ਤੂੰ ਰੱਬ ਦਾ ਨਾਂ ਤਾਂ ਛੱਡ ਦਿੱਤਾ, ਪਰਮਾਤਮਾ ਦਾ ਸਿਮਰਨ ਤੇ ਛੱਡ ਦਿੱਤਾ ਤੇ ਅਹੋਈ ਦੇ ਵਰਤ ਵਾਲੇ ਭਰਮ ਦੇ ਵਿੱਚ ਫਸ ਗਈ। ਕਬੀਰ ਹਰਿ ਕਾ ਸਿਮਰਨ ਛੱਡ ਕੇ ਅਹੋਈ ਰਾਖੈ ਨਾਰ,
ਗਦ ਹੀ ਹੋਇ ਕੈ ਅਵਤਰੈ ਭਾਰ ਸਹਿ ਮਨ ਚਾਰ। ਉਹ ਕਹਿੰਦੇ ਮੰਨ ਲੈਂਦੇ ਆ ਤੇਰਾ ਰੱਖਿਆ ਹੋਇਆ ਵਰਤ ਦੇਵੀ ਨੂੰ ਪਸੰਦ ਆ ਗਿਆ ਕਿ ਤੂੰ ਮੇਰੇ ਬੜੇ ਵਰਤ ਰੱਖਦੀ ਹੈ, ਤੂੰ ਮੇਰੀ ਬੜੀ ਭਗਤ ਹੈ। ਉਹ ਪ੍ਰਸੰਨ ਹੋ ਕੇ ਕਵੇ ਕਿ ਹੁਣ ਮੈਂ ਤੈਨੂੰ ਆਪਣੇ ਨਾਲ ਹੀ ਰੱਖਾਂਗੀ, ਜਿਹਨੇ ਮੇਰੇ ਇੰਨੇ ਵਰਤ ਰੱਖੇ ਨੇ ਅਹੋਈ ਦੇਵੀ ਨੇ। ਤੇ ਹੁਣ ਜੇ ਉਹ ਵਰਤ ਰੱਖਣ ਵਾਲੀ ਇਸਤਰੀ ਨੂੰ ਉਹਦੇ ਤੇ ਪ੍ਰਸੰਨ ਹੋ ਕੇ ਪਸੰਦ ਹੋ ਕੇ ਕਵੇ ਮੈਂ ਤੈਨੂੰ ਆਪਣੇ ਨਾਲ ਹੀ ਰੱਖਾਂਗੀ, ਤੇ ਕਬੀਰ ਸਾਹਿਬ ਕਹਿੰਦੇ ਉਹਦੇ ਨਾਲ ਕੀ ਰਹਿੰਦਾ, ਹਮੇਸ਼ਾ ਉਹਦੀ ਸਵਾਰੀ, ਗਧਾ ਜਾਂ ਗਧੀ, ਖੋਤਾ ਜਾਂ ਖੁੱਤ। ਫਿਰ ਕੀ ਹੋਏਗਾ? ਕਬੀਰ ਸਾਹਿਬ ਕਹਿੰਦੇ ਗਦ ਹੀ ਹੋਏ ਕੈ ਅਵਤਰੈ। ਅਵਤਰੈ ਦਾ ਭਾਵ ਹੈ ਜਨਮ ਲੈਣਾ। ਫਿਰ ਇਹਦਾ ਮਤਲਬ ਦੇਵੀ ਦੀ ਖੁਸ਼ੀ ਮਿਲੀ, ਗਧੀ ਦਾ ਤੈਨੂੰ ਜਨਮ ਪ੍ਰਾਪਤ ਹੋ ਗਿਆ। ਤੇ ਭਾਰ ਸਹਿ ਮਨ ਚਾਰ, ਬੇਸ਼ੱਕ ਉਹਨੇ ਪ੍ਰਸੰਨ ਹੋ ਕੇ ਆਪਣੀ ਅਸਵਾਰੀ ਬਣਾ ਲਿਆ, ਪਰ ਫਿਰ ਉਹਦਾ ਭਾਰ ਸਰੀਰ ਤੇ ਸਹਿਣਾ ਪੈਂਦਾ ਹੈ। ਤੇ ਉੱਦਾਂ ਵੀ ਗਧੇ ਦਾ ਕੰਮ ਭਾਰ ਸਹਿਣਾ ਹੀ ਹੈ, ਤੇ ਇੱਦਾਂ ਵੀ ਭਾਰ ਚੁੱਕਣਾ। ਭਾਰ ਤਾਂ ਭਾਰ ਹੀ ਹੈ। ਗਧੇ ਦੇ ਉੱਪਰ ਭਾਵੇਂ ਕੋਈ ਦੇਵਤਾ ਬੈਠਾ ਤੇ ਭਾਵੇਂ ਮਿੱਟੀ ਦੀਆਂ ਪੰਡਾਂ ਲੱਦ ਦਵੋ। ਇੱਕ ਜਗ੍ਹਾ ਸਤਿਗੁਰੂ ਜੀ ਦਾ ਹੋਰ ਬੜਾ ਪਿਆਰਾ ਬਚਨ ਹੈ, ਕਹਿੰਦੇ ਵੇਦ ਕਤੇਬ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ। ਰਾਮ ਨਾਮ ਕੀ ਗਤ ਨਹੀਂ ਜਾਣੀ, ਕੈਸੇ ਉਤਰ ਸਪਾਰਾ। ਕਿਸੇ ਨੇ ਬੜੀਆਂ ਕਿਤਾਬਾਂ ਗ੍ਰੰਥ ਪੜ੍ਹ ਲਈਆਂ, ਗਿਆਨ ਦੀਆਂ ਪੰਡਾਂ ਆਪਣੇ ਤੇ ਲੱਦ ਲਈਆਂ, ਪਰ ਮੰਨਿਆ ਕੁਝ ਨਾ। ਮਹਾਰਾਜ ਕਹਿੰਦੇ ਉਹ ਤਾਂ ਫਿਰ ਕੇਵਲ ਗਿਆਨ ਦਾ ਭਾਰ ਹੀ ਹੈ ਤੇਰੇ ਉੱਤੇ, ਜਿਹਦਾ ਗਧੇ ਦੇ ਉੱਤੇ ਭਾਵੇਂ ਚੰਦਨ ਦੀ ਲੱਕੜ ਰੱਖ ਦਵੋ ਤੇ ਭਾਵੇਂ ਕੋਈ ਹੋਰ ਲੱਕੜਾਂ ਰੱਖ ਦਵੋ, ਉਹਦੇ ਲਈ ਤੇ ਚੰਦਨ ਦੀ ਲੱਕੜ ਵੀ ਭਾਰ ਹੈ ਤੇ ਦੂਜੀ ਲੱਕੜ ਵੀ ਭਾਰ ਹੈ। ਉਹਦੇ ਤੇ ਭਾਵੇਂ ਸੋਨੇ ਦੀਆਂ ਪੰਡਾਂ ਰੱਖ ਦਵੋ ਉਹ ਵੀ ਭਾਰ ਹੈ, ਭਾਵੇਂ ਮਿੱਟੀ ਦੀਆਂ ਪੰਡਾਂ ਰੱਖ ਦਵੋ ਉਹ ਵੀ ਭਾਰ ਹੈ। ਮਹਾਰਾਜ ਕਹਿੰਦੇ ਜੇ ਮੰਨਿਆ ਹੀ ਨਹੀਂ, ਰਾਮ ਨਾਮ ਕੀ ਗਤ ਨਹੀਂ ਜਾਣੀ, ਕੇਵਲ ਗਿਆਨ ਦੀਆਂ ਪੰਡਾਂ ਹੀ ਸਿਰ ਤੇ ਲੱਦੀਆਂ ਨੇ, ਕੈਸੇ ਉਤਰ ਸਪਾਰਾ, ਫਿਰ ਤੇਰਾ ਪਾਰ ਉਤਾਰਾ ਨਹੀਂ ਹੈ। ਇਸ ਸ਼ਲੋਕ ਰਾਹੀਂ ਵੀ ਕਬੀਰ ਸਾਹਿਬ ਇਹੀ ਗੱਲ ਸਮਝਾ ਰਹੇ ਨੇ ਕਿ ਬਿਨ ਹਰ ਭਜਨ ਨਾਹੀ ਛੁਟਕਾਰਾ, ਵਾਹਿਗੁਰੂ ਦੇ ਭਜਨ ਤੋਂ ਬਿਨਾਂ ਛੁਟਕਾਰਾ ਨਹੀਂ। ਜੇ ਇਹ ਤਿੰਨ ਸ਼ਲੋਕਾਂ ਦੇ ਵਿੱਚ ਕਬੀਰ ਸਾਹਿਬ ਨੇ ਬਰਾਬਰ ਇੱਕੋ ਗੱਲ ਕਹੀ ਹੈ ਕਿ ਪਰਿਵਾਰ ਤੂੰ ਪਾਲ, ਤੇਰੀ ਜ਼ਿੰਮੇਵਾਰੀ ਹੈ, ਪਰ ਜੇ ਤੂੰ ਕਵੇਂ ਮੈਂ ਜੀ ਪਰਿਵਾਰ 'ਚ ਹੀ ਬੜਾ ਫਸਿਆ ਤੇ ਰੱਬ ਜਪ ਹੀ ਨਹੀਂ ਸਕਦਾ, ਵਾਹਿਗੁਰੂ ਦਾ ਨਾਮ ਹੀ ਨਹੀਂ ਜਪ ਸਕਦਾ, ਫਿਰ ਕਹਿੰਦੇ ਤੂੰ ਡੁੱਬੇਗਾ। ਕਹਿੰਦੇ ਤੂੰ ਵਹਿਮਾਂ ਭਰਮਾਂ 'ਚ ਫਸ ਕੇ ਰੱਬ ਨੂੰ ਭੁਲਾ ਦਿੱਤਾ ਨਾ, ਭਰਮਾਂ ਨੇ ਤੇਰੇ ਕਿਸੇ ਕੰਮ ਆਉਣਾ, ਤੇ ਜਿਹੜਾ ਰੱਬ ਨੂੰ ਭੁਲਾਇਆ ਪਿਆ ਹੈ ਉਸ ਕਰਮ ਕਰਕੇ ਡੁੱਬ ਜਾਏਗਾ। ਇੱਥੇ ਵੀ ਕਬੀਰ ਸਾਹਿਬ ਕਹਿੰਦੇ ਰੱਬ ਨੂੰ ਭੁਲਾ ਕੇ ਕੇਵਲ ਵਰਤਾਂ ਆਦਿਕ ਦੇ ਭਰਮਾਂ ਪਖੰਡਾਂ 'ਚ ਜੇ ਤੂੰ ਪਈ ਹੈ, ਫਿਰ ਤੇਰਾ ਭਾਰ ਉਤਾਰਾ ਨਹੀਂ ਹੋ ਸਕਦਾ। ਕਬੀਰ ਚਤਰਾਈ ਅਤ ਘਣੀ, ਹਰ ਜਪ ਹਿਰਦੈ ਮਾਹੇ। ਉਹ ਕਹਿੰਦੇ ਸਭ ਤੋਂ ਸ੍ਰੇਸ਼ਟ ਸਿਆਣਪ ਕਿਹੜੀ ਸਿਆਣਪ ਹੈ? ਚਤਰਾਈ। ਹੁਣ ਚਤਰਾਈਆਂ, ਚਲਾਕੀਆਂ, ਸਿਆਣਪਾਂ ਦੀ ਗੱਲ ਗੁਰੂ ਸਾਹਿਬ ਨੇ ਬਾਣੀ 'ਚ ਬਹੁਤ ਜਗ੍ਹਾ ਤੇ ਕੀਤੀ। ਆਮ ਤੌਰ ਤੇ ਵੇਖੋ ਸਧਾਰਨ ਸੰਸਾਰੀ ਪੱਧਰ ਤੇ ਬੰਦਾ ਲੁੱਟਾਂ ਖੋਹਾਂ ਕਰਨ, ਮਾੜੇ ਕੰਮਾਂ ਦੇ ਵਿੱਚ ਚਲਾਕੀਆਂ ਚਤਰਾਈਆਂ ਵਰਤਦਾ ਹੈ, ਜਾਂ ਲੋਕ ਧਰਮ ਦੇ ਨਾਂ ਤੇ ਵੀ ਭਰਮ ਪਖੰਡ ਕਰਨ ਦੇ ਵਿੱਚ ਬੜੀਆਂ ਚਤਰਾਈਆਂ ਵਰਤਦੇ ਨੇ। ਇਸੇ ਕਰਕੇ ਹਜੂਰ ਨੂੰ ਬਾਣੀ 'ਚ ਕਹਿਣਾ ਵੀ ਪਿਆ ਕਿ ਭੁੱਲਿਆ ਮਨਾ, ਜੇ ਤੂੰ ਕਵੇਂ ਚਤਰਾਈਆਂ ਚਲਾਕੀਆਂ ਦੇ ਨਾਲ ਰੱਬ ਨੂੰ ਪਾ ਲਵਾਂਗਾ ਤੇ ਇਹ ਤੇਰਾ ਭੁਲੇਖਾ ਹੀ। ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਜਪਜੀ ਸਾਹਿਬ ਦੇ ਆਰੰਭ 'ਚ ਹੀ ਗੁਰੂ ਨੇ ਕਹਿ ਦਿੱਤਾ ਇੱਕ ਅੱਧ ਨਹੀਂ, ਤੇਰੇ ਕੋਲ ਹਜ਼ਾਰਾਂ ਸਿਆਣਪਾਂ ਵੀ ਹੋਣ ਤੇ ਰੱਬ ਦੇ ਘਰ ਤੇਰੀਆਂ ਦੁਨੀਆ ਦੀਆਂ ਸਿਆਣਪਾਂ ਕੰਮ ਆਉਣ ਵਾਲੀਆਂ ਨਹੀਂ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਛੋਡੋ ਵੇਸ ਭੇਖ ਚਤਰਾਈ, ਦੁਬਦਾ ਇਹ ਫਲ ਨਾਹੀ ਜੀਓ। ਮਹਾਰਾਜ ਕਹਿੰਦੇ ਅਸਲੀ ਸਿਆਣਪ ਕਿਹੜੀ ਆ? ਬੰਦਾ ਸਮਝਦਾਰੀ ਦੇ ਨਾਲ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੇ, ਠੱਗੀਆਂ ਨਾ ਮਾਰੇ। ਕਬੀਰ ਚਤਰਾਈ ਅਤ ਘਣੀ, ਘਣੀ ਦਾ ਭਾਵ ਵੱਡੀ। ਸਿਆਣਪ ਕਿਹੜੀ ਹੈ? ਹਰ ਜਪ ਹਿਰਦੈ ਮਾਹੇ, ਕਹਿੰਦੇ ਹਿਰਦੇ ਕਰਕੇ ਰੱਬ ਨੂੰ ਜਪਣਾ, ਇਹ ਹੀ ਸਿਆਣਪਾਂ 'ਚੋਂ ਸਭ ਤੋਂ ਉੱਤਮ ਸਿਆਣਪ ਹੈ। ਤੇ ਅਗਲੀ ਗੱਲ ਉਹਨਾਂ ਨੇ ਕਹੀ, ਹੁਣ ਜਿਹੜਾ ਵਾਹਿਗੁਰੂ ਨੂੰ ਜਪਣਾ ਹੈ, ਪਰਮਾਤਮਾ ਨੂੰ ਜਪਣਾ ਹੈ, ਇਹ ਜਪਣ ਦਾ ਰਸਤਾ ਵੀ ਕੋਈ ਸੌਖਾ ਨਹੀਂ ਹੈ। ਪਰ ਜੇ ਬੰਦਾ ਇਸ ਰਸਤੇ ਨੂੰ ਛੱਡ ਦਿੰਦਾ ਹੈ ਤੇ ਇਹਦੇ ਤੋਂ ਬਿਨਾਂ ਵੀ ਜੀਵਨ ਕਿਸੇ ਲਕਸ਼ ਤੇ ਨਹੀਂ ਪਹੁੰਚ ਸਕਦਾ। ਉਹ ਕਹਿੰਦੇ ਸੂਰੀ ਉੱਪਰ ਖੇਲਣਾ,
ਗਿਰੇ ਤਾਂ ਠਹਿਰ ਨਾਹੀਂ। ਪਰਮਾਤਮਾ ਦੇ ਨਾਮ ਨੂੰ ਜਪਣਾ ਇੱਦਾਂ ਹੈ ਜਿਵੇਂ ਸੂਲੀ ਤੇ ਚੜ੍ਹਨ ਵਾਲੀ ਗੱਲ ਹੈ, ਕਿਉਂਕਿ ਇਹ ਆਖਣ ਔਖਾ ਸਾਚਾ ਨਾਉ। ਇਹ ਸੌਖਾ ਨਹੀਂ ਹੈ ਮਾਲਕ ਦੇ ਰਸਤੇ 'ਤੇ ਚੱਲਣਾ, ਇਹ ਬਹੁਤ ਬਿਖਮ ਰਸਤਾ ਹੈ। ਗੱਲ ਜਿੰਨੀ ਕਹਿਣੀ ਸੌਖੀ ਹੈ ਉਨੀ ਕਮਾਉਣੀ ਸੌਖੀ ਨਹੀਂ ਹੈ ਜਿਨ੍ਹਾਂ ਨੇ ਜੀਵਨ ਅੰਦਰ ਕਮਾਇਆ। ਹੁਣ ਪ੍ਰਹਿਲਾਦ ਰਾਮ ਰਾਮ ਹੀ ਜਪਦਾ ਸੀ, ਪਰ ਕੀ ਕੁਛ ਉਹਨੂੰ ਆਪਣੇ ਆਪ 'ਤੇ ਸਹਿਣਾ ਪਿਆ। ਉਹਦਾ ਰਾਮ ਰਾਮ ਜਪਣਾ ਹੀ ਉਹਦੇ ਪਿਓ ਨੂੰ ਬਰਦਾਸ਼ਤ ਨਹੀਂ ਸੀ। ਹੁਣ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅਰਜਨ ਦੇਵ ਮਹਾਰਾਜ, ਹੁਣ ਗੁਰੂ 6ਵੇਂ ਪਾਤਸ਼ਾਹ ਜਾਂ 10ਵੇਂ ਪਾਤਸ਼ਾਹ ਵੇਲੇ ਤੇ ਆਪਾਂ ਕਹਿੰਦੇ ਹਾਂ ਜੀ ਠੀਕ ਹੈ, ਉਹਨਾਂ ਨੇ ਸ਼ਸਤਰ ਧਾਰਨ ਕੀਤੇ, ਹਕੂਮਤਾਂ ਦੇ ਕੋਲੋਂ ਬਰਦਾਸ਼ਤ ਨਹੀਂ ਹੋਇਆ ਤੇ ਉਹਨਾਂ ਨੇ ਫੌਜਾਂ ਭੇਜੀਆਂ, ਜੰਗ ਯੁੱਧ ਹੋਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕੁਰਬਾਨੀ ਦਾ ਵੀ ਇੱਕ ਰੀਜ਼ਨ ਹੈ ਕਿ ਕਸ਼ਮੀਰੀ ਪੰਡਤ ਆਉਂਦੇ ਨੇ, ਉਹਨਾਂ ਦੀ ਖਾਤਰ ਸਤਿਗੁਰੂ ਕੁਰਬਾਨੀ ਦੇਣ ਦੇ ਲਈ ਗਏ। ਪਰ ਗੁਰੂ ਅਰਜਨ ਦੇਵ ਮਹਾਰਾਜ ਉਹ ਤਾਂ ਨਿਰੋਲ ਪਰਮਾਤਮਾ ਦੇ ਨਾਮ ਦੀ, ਸਿਮਰਨ ਦੀ, ਨਿਮਰਤਾ ਦੀ, ਗਰੀਬੀ ਦੀ ਗੱਲ ਹੀ ਕਰ ਰਹੇ ਸਨ, ਪਰ ਉਹਨਾਂ ਨੂੰ ਵੀ ਤਤੀ ਤਵੀ ਤੇ ਬਹਿਣਾ ਪਿਆ, ਉਬਲਦੀ ਦੇਗ 'ਚ ਬਹਿਣਾ ਪਿਆ। ਇਹਨੂੰ ਗੁਰੂ ਬਾਣੀ 'ਚ ਕਹਿੰਦੇ ਕਵਨ ਅਪਰਾਧ ਸੰਤ ਹੈ ਕੀਨਾ। ਭਗਤ ਕਬੀਰ ਸਾਹਿਬ ਕਹਿੰਦੇ ਹੁਣ ਇੱਕ ਚੋਰ ਦੇ ਲਈ ਕਾਲ ਕੋਠੜੀ ਜੇਲ੍ਹ ਦੀ ਹੋਵੇ, ਮੰਨਿਆ ਜਾ ਸਕਦਾ ਹੈ ਉਹਨੇ ਗੁਨਾਹ ਕੀਤਾ ਹੈ, ਪਰ ਕਹਿੰਦੇ ਅਸੀਂ ਵੇਂਦੇ ਇੱਥੇ ਸੰਤਾਂ ਧਰਮੀ ਪੁਰਖਾਂ ਨੂੰ ਵੀ ਲੋਕ ਉੱਥੇ ਬੰਦ ਕਰ ਦਿੰਦੇ ਹਨ। ਕਵਨ ਅਪਰਾਧ ਸੰਤ ਹੈ ਕੀਨਾ। ਸੰਤ ਨੇ ਕਿਹੜਾ ਅਪਰਾਧ ਕੀਤਾ? ਗੱਲ ਇੰਨੀ ਹੈ ਕਿ ਸੰਤ ਨੇ ਪਰਮਾਤਮਾ ਦਾ ਨਾਮ ਜਪਣ ਦੀ ਸੱਚ ਦੀ ਵਿਚਾਰ ਸੰਸਾਰ ਦੇ ਸਾਹਮਣੇ ਰੱਖੀ, ਤੇ ਸਮੇਂ ਦੀਆਂ ਜਿਹੜੀਆਂ ਝੂਠੀਆਂ ਤੇ ਕੂੜੀਆਂ ਹਕੂਮਤਾਂ ਜਾਂ ਝੂਠੇ ਲੋਕ ਸਨ, ਉਹ ਸੱਚ ਨੂੰ ਬਰਦਾਸ਼ਤ ਨਹੀਂ ਕਰ ਸਕੇ। ਸੱਚ ਨੂੰ ਤੇ ਖਤਮ ਨਹੀਂ ਸੀ ਕਰ ਸਕਦੇ, ਸੱਚ ਬੋਲਣ ਵਾਲੇ ਨੂੰ ਖਤਮ ਕਰਨ ਦਾ ਉਹਨਾਂ ਯਤਨ ਕੀਤਾ ਕਿ ਸ਼ਾਇਦ ਸੱਚ ਬੋਲਣ ਵਾਲੇ ਨੂੰ ਖਤਮ ਕਰਾਂਗੇ ਤੇ ਸੱਚ ਵੀ ਖਤਮ ਹੋ ਜਾਏਗਾ। ਪਰ ਸੱਚ ਕਿਸੇ ਇੱਕ ਦਾ ਮੁਥਈ ਕੋਈ ਨਹੀਂ ਹੁੰਦਾ, ਸੱਚ ਤਾਂ ਹੈ ਅਟਲ। ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਸੋ ਕਬੀਰ ਸਾਹਿਬ ਕਹਿੰਦੇ ਹਰ ਜਪ ਹਿਰਦੇ ਮਾਹੇ, ਜਿਹੜਾ ਵਾਹਿਗੁਰੂ ਦਾ ਨਾਮ ਹਿਰਦੇ ਕਰਕੇ ਜਪਣਾ ਹੈ ਇਹ ਵੀ ਬੜਾ ਔਖਾ ਹੈ। ਰੱਬ ਦੇ ਨਾਂ 'ਤੇ ਚੱਲਦਿਆਂ ਬੜੀਆਂ ਤਰ੍ਹਾਂ ਦੀਆਂ ਰੁਕਾਵਟਾਂ ਆਉਂਦੀਆਂ ਨੇ, ਪਰ ਜੇ ਬੰਦਾ ਕਵੇ ਕਿ ਇਹ ਤੇ ਰੁਕਾਵਟਾਂ ਬੜੀਆਂ ਔਖੀਆਂ ਨੇ, ਆਪਾਂ ਜਪਣਾ ਹੀ ਛੱਡ ਦਈਏ, ਤੇ ਜਿਹਨੇ ਜਪਣਾ ਛੱਡ ਦਿੱਤਾ ਉਹ ਵੀ ਫਿਰ ਦੁੱਖਾਂ ਦੇ ਖੂਹ 'ਚ ਜਾ ਕੇ ਡਿੱਗ ਪੈਂਦਾ ਹੈ। ਉਹਦਾ ਵੀ ਪਾਰ ਉਤਾਰਾ ਨਹੀਂ ਹੈ। ਪਾਰ ਉਤਾਰਾ ਤੇ ਆਖਰ ਉਸੇ ਦਾ ਹੈ ਜਿਹਨੇ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਮੁਕਾਬਲਾ ਦ੍ਰਿੜਤਾ ਦੇ ਨਾਲ ਕੀਤਾ। ਤੇ ਜਦੋਂ ਬੰਦਾ ਵਾਹਿਗੁਰੂ ਦੇ ਨਾਮ ਦੇ ਰਸਤੇ 'ਤੇ ਚੱਲਦਾ ਹੈ, ਫਿਰ ਪਰੇਸ਼ਾਨੀਆਂ ਦਾ ਮੁਕਾਬਲਾ ਕਰਨ ਦੀ ਦ੍ਰਿੜਤਾ ਆਪਣੇ ਆਪ ਉਹਦੇ ਅੰਦਰ ਬਣਦੀ ਹੈ। ਅਰਦਾਸ ਆਪਾਂ ਜਦੋਂ ਸੰਪੂਰਨ ਕਰਦੇ ਹਾਂ ਤੇ ਅਖੀਰ ਤੇ ਆਪਾਂ ਬਚਨ ਪੜ੍ਹਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਚਾਰ ਚੀਜ਼ਾਂ ਅਸੀਂ ਇਹ ਮੰਗਦੇ ਹਾਂ ਅਖੀਰ ਤੇ। ਇਹ ਚਾਰੇ ਦਾਤਾਂ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਹਨ। ਸਭ ਤੋਂ ਪਹਿਲਾਂ ਆਪਾਂ ਨਾਮ ਦੀ ਦਾਤ ਮੰਗਦੇ ਹਾਂ, ਜੋ ਸਾਡੇ ਜੀਵਨ ਦਾ ਮਨੋਰਥ ਹੈ, ਜੋ ਸਾਡਾ ਮੁੱਢਲਾ ਜੀਵਨ ਦਾ ਮਕਸਦ ਹੈ। ਨਾਮ ਦੇ ਨਾਲ ਜੁੜਿਆਂ ਚੜ੍ਹਦੀ ਕਲਾ ਦੀ ਦਾਤ ਪ੍ਰਾਪਤ ਹੁੰਦੀ ਹੈ। ਚੜ੍ਹਦੀ ਕਲਾ ਦੀ ਦਾਤ ਤੇ ਚੜ੍ਹਦੀ ਕਲਾ ਦੀ ਅਵਸਥਾ ਉਹ ਅਵਸਥਾ ਹੈ ਜਿੱਥੇ ਮਨੁੱਖ ਦੁੱਖ ਨੂੰ ਵੀ ਹੱਸ ਕੇ ਬਰਦਾਸ਼ਤ ਕਰਦਾ ਹੈ। ਦੁੱਖ ਨੂੰ ਵੀ ਹੱਸ ਕੇ ਬਰਦਾਸ਼ਤ ਕਰਦਾ ਹੈ। ਹੁਣ ਉਹ ਦੁੱਖ ਵਿੱਚ ਸੁਖ ਮਨਾਈ ਵਾਲੀ ਜਿਹੜੀ ਅਵਸਥਾ ਹੈ ਉਹ ਕਿੱਦਾਂ ਬਣਦੀ ਹੈ? ਜਦੋਂ ਪਹਿਲਾਂ ਬੰਦਾ ਨਾਮ ਦੇ ਨਾਲ ਜੁੜਿਆ, ਫਿਰ ਉਹ ਚੜ੍ਹਦੀ ਕਲਾ ਦੀ ਅਵਸਥਾ ਬਣਦੀ ਹੈ। ਤੇ ਜਦੋਂ ਮਨੁੱਖ ਚੜ੍ਹਦੀ ਕਲਾ ਵਾਲੇ ਜੀਵਨ 'ਚ ਪਹੁੰਚ ਗਿਆ, ਫਿਰ ਉਹ ਰੱਬ ਦੇ ਹਰ ਭਾਣੇ ਨੂੰ ਮਿੱਠਾ ਕਰਕੇ ਮੰਨਦਾ। ਇਸ ਕਰਕੇ ਅਰਦਾਸ 'ਚ ਤੀਜੇ ਨੰਬਰ 'ਤੇ ਭਾਣੇ ਦੀ ਗੱਲ ਹੈ। ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬੈਠਿਆਂ ਵੀ ਕਹਿੰਦੇ ਤੇਰਾ ਕੀਆ ਮਿੱਠਾ ਲਾਗੇ। ਅੱਖਾਂ ਸਾਹਮਣੇ ਗੁਰੂ ਕਲਗੀਧਰ ਦੇ ਪੁੱਤ ਸ਼ਹੀਦ ਹੁੰਦੇ ਨੇ, ਮਹਾਰਾਜ ਫਿਰ ਵੀ ਕਹਿੰਦੇ ਹਨ ਕਿ ਜੋ ਤੁਧ ਭਾਵੈ ਨਾਨਕਾ ਸਾਈ ਗੱਲ ਚੰਗੀ, ਜਿਸ ਕੀ ਬਸਤ ਤਿਸ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਤੇ। ਇਹ ਹੈ ਐਨ ਚੜ੍ਹਦੀ ਕਲਾ 'ਚੋਂ ਨਿਕਲਿਆ ਹੋਇਆ ਜਜ਼ਬਾ, ਜਿੱਥੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਜਾਂਦਾ ਹੈ। ਤੇ ਫਿਰ ਜਿਹਦੇ ਜੀਵਨ 'ਚ ਵਾਹਿਗੁਰੂ ਦਾ ਨਾਮ ਹੈ, ਜਿਹਦੇ ਜੀਵਨ 'ਚ ਚੜ੍ਹਦੀ ਕਲਾ ਹੈ,
ਜਿਹੜਾ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਉਹ ਫਿਰ ਕਿਸੇ ਗੱਲ ਦਾ ਉਲਾਮਾ ਕਿਸੇ ਨੂੰ ਨਹੀਂ ਦਿੰਦਾ ਹੈ। ਉਹਦੇ ਜੀਵਨ 'ਚ ਉਲਾਮੇ ਕੋਈ ਨਹੀਂ ਹੁੰਦੇ ਹਨ। ਉਲਾਹਨੋਂ ਮੈਂ ਕਾਹੂੰ ਨਾ ਦੀਨੋ, ਉਹ ਫਿਰ ਜਿਹੜਾ ਬੁਰਾ ਵੀ ਕਰ ਰਿਹਾ ਹੈ ਉਹਦਾ ਵੀ ਰੱਬ ਕੋਲੋਂ ਭਲਾ ਹੀ ਭਲਾ ਮੰਗਦਾ ਹੈ ਕਿ ਮਾਲਕ ਜੀ ਇਹਨੂੰ ਵੀ ਮੱਤ ਸਮੱਤ ਬਖਸ਼ੋ, ਅਕਲ ਬਖਸ਼ੋ, ਇਹ ਕਿਸੇ ਦਾ ਬੁਰਾ ਕਰਨ ਵਾਲਾ ਜਿਹੜਾ ਇਹਦਾ ਸੁਭਾਅ ਹੈ ਉਹ ਬਦਲੋ, ਉਹ ਸੁਭਾਅ ਬਦਲੋ। ਉਹਦੇ 'ਚੋਂ ਫਿਰ ਇਹ ਸਰਬੱਤ ਦੇ ਭਲੇ ਦੀ ਜਿਹੜੀ ਕਾਮਨਾ ਹੈ ਉਹ ਹਮੇਸ਼ਾ ਨਿਕਲਦੀ ਹੈ। ਸਰਬੱਤ ਦੇ ਭਲੇ ਦੀ ਕਾਮਨਾ, ਬੁਰੇ ਨਾਲ ਸਭ ਬੁਰਾ ਕਰਿੰਦੇ, ਭਲਾ ਕਰਨ ਕੀ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਇਹ ਹੈ ਗੁਰੂ ਨਾਨਕ ਦੇ ਘਰ ਦਾ ਸਿਧਾਂਤ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਪਰ ਵੇਖੋ ਇਹ ਇੱਕ ਲੜੀ ਕੜੀ ਚੱਲਦੀ ਹੈ। ਸਿੱਧੀ ਸਰਬੱਤ ਦੇ ਭਲੇ ਤੱਕ ਸਾਡੀ ਅਵਸਥਾ ਨਹੀਂ ਬਣ ਸਕਦੀ ਹੈ। ਜਿਨੇ ਜੀਵਨ 'ਚ ਨਾਮ ਜਪਿਆ ਹੈ ਉਹਦੇ ਜੀਵਨ 'ਚ ਚੜ੍ਹਦੀ ਕਲਾ ਆਉਂਦੀ ਹੈ, ਉਹਦੇ ਜੀਵਨ 'ਚ ਭਾਣਾ ਮੰਨਣ ਵਾਲੀ ਬਿਰਤੀ ਉਹਦੀ ਜੀਵਨ ਦੀ ਬਣਦੀ ਹੈ। ਉਹੀ ਅੱਗੇ ਸਰਬੱਤ ਦੇ ਭਲੇ ਤੱਕ ਪਹੁੰਚ ਪਾਉਂਦਾ ਹੈ। ਜੇ ਆਪਾਂ ਸਿੱਧਾ ਕੋਈ ਕਹੇ ਜੀ ਅਸੀਂ ਤੇ ਬਸ ਭਲਾ ਕਰਦੇ, ਦੂਜਿਆਂ ਦਾ ਚੰਗਾ ਸੋਚਦੇ ਹਾਂ, ਚੰਗਾ ਕਰਦੇ ਹਾਂ, ਇਹ ਸਭ ਭੁਲੇਖੇ ਹੁੰਦੇ, ਬਸ ਬਾਹਰੀ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ। ਜਿਹਦੇ ਆਪਣੇ ਜੀਵਨ ਦੀ ਘਾੜਤ ਮਜ਼ਬੂਤ ਨਹੀਂ ਹੈ ਉਹ ਗੱਲਾਂ ਤੇ ਹੋ ਸਕਦਾ ਕਰੇ, ਪਰ ਕਰਮਾਂ ਦੇ ਅੰਦਰ ਉਹਦੇ ਦ੍ਰਿੜਤਾ ਨਹੀਂ ਰਹਿੰਦੀ ਹੈ। ਇਹ ਅੰਦਰ ਦੀ ਦ੍ਰਿੜਤਾ, ਨਿਸ਼ਚਿਤਾ, ਉਹ ਅਖੀਰ ਤੱਕ ਭਲੇ ਤੱਕ ਵਾਲੀ ਬਿਰਤੀ ਬਣੀ ਰਹਿਣ ਦੇ ਲਈ ਅੰਦਰੋਂ ਆਤਮਾ ਦਾ, ਮਨ ਦਾ, ਮਾਨਸਿਕਤਾ ਦਾ ਬਲਵਾਨ ਹੋਣਾ ਜ਼ਰੂਰੀ ਹੈ। ਤੇ ਉਹ ਬਲਵਾਨ ਹੁੰਦੀ ਹੈ ਮਾਨਸਿਕਤਾ ਹਰ ਜਪ ਹਿਰਦੇ ਮਾਹੀ, ਜਦੋਂ ਰੱਬ ਦਾ ਨਾਂ ਹਿਰਦੇ ਕਰਕੇ ਜਪਾਂਗੇ। ਅੱਗੇ ਕਬੀਰ ਸਾਹਿਬ ਕਹਿੰਦੇ, ਕਬੀਰ ਸੋਈ ਮੁਖ ਧਨ ਹੈ, ਜਾਂ ਮੁਖ ਕਹੀਐ ਰਾਮ। ਉਹ ਮੁਖ ਧਨ ਹੈ ਜਿਹੜਾ ਮੁਖ ਪਰਮਾਤਮਾ ਨੂੰ ਜਪਦਾ, ਨਿਰੰਕਾਰ ਨੂੰ ਜਪਦਾ ਹੈ। ਜਪ ਰਹੀ ਹੈ ਰਸਨਾ, ਜਪ ਰਿਹਾ ਹੈ ਮੁਖ, ਪਰ ਉਹ ਮੁਖ ਦਾ, ਰਸਨਾ ਦਾ, ਜਪਣ ਦਾ ਪ੍ਰਭਾਵ ਕੇਵਲ ਮੁਖ ਤੱਕ ਹੀ ਨਹੀਂ ਰਹਿੰਦਾ, ਉਹ ਪੂਰੇ ਸਰੀਰ ਤੱਕ, ਸਮਾਜ ਤੱਕ ਉਹ ਪ੍ਰਭਾਵ ਜਾਂਦਾ। ਜਿਵੇਂ ਭੋਜਨ ਖਾਂਦਾ ਤੇ ਸਾਡਾ ਮੂੰਹ ਹੀ ਹੈ, ਪਰ ਉਹਦਾ ਪ੍ਰੋਫਿਟ, ਉਹਦਾ ਲਾਭ ਸਾਰੇ ਦੇ ਸਾਰੇ ਸਰੀਰ ਨੂੰ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਤੇ ਜਪਿਆ ਮੁਖ ਨੇ, ਨਾਮ ਤੇ ਜਪਿਆ ਰਸਨਾ ਨੇ, ਤੇ ਕਬੀਰ ਸਾਹਿਬ ਕਹਿੰਦੇ ਉਹਦਾ ਜਿਹੜਾ ਲਾਭ ਹੈ ਉਹ ਅੱਗੇ ਸਰੀਰ ਤੱਕ ਨੂੰ ਹੀ ਨਹੀਂ, ਬਲਕਿ ਜਿੱਥੇ ਰਹਿੰਦਾ ਹੈ ਜਪਣ ਵਾਲਾ, ਉਹ ਸਾਰੇ ਦੇ ਸਾਰੇ ਨਗਰ ਨੂੰ ਵੀ ਉਹ ਜਪਣ ਦਾ ਲਾਭ ਮਿਲਦਾ ਜੀ। ਕਬੀਰ ਸੋਈ ਮੁਖ ਧਨ ਹੈ, ਜਾਂ ਮੁਖ ਕਹੀਐ ਰਾਮ। ਦੇਹੀ ਕਿਸ ਕੀ ਬਾਪਰੀ, ਪਵਿੱਤਰ ਹੋਏ ਗੋ ਗ੍ਰਾਮ। ਕਹਿੰਦੇ ਦੇਹੀ ਕਾਇਆ ਦੀ ਤੇ ਗੱਲ ਹੀ ਕੀ ਹੈ, ਕਾਇਆ ਵਿਚਾਰੀ ਤੇ ਪਵਿੱਤਰ ਹੁੰਦੀ ਹੈ ਜਦੋਂ ਮੁਖ ਜਪਦਾ ਪਿਆ ਹੈ। ਪਵਿੱਤਰ ਹੋਏ ਗੋ ਗ੍ਰਾਮ, ਜਿਹੜੇ ਨਗਰ ਦੇ ਵਿੱਚ ਵੀ ਜਪਣ ਵਾਲਾ ਰਹਿੰਦਾ ਹੈ ਉਹ ਨਗਰ ਵੀ ਪਾਵਨ ਪਵਿੱਤਰ ਹੋ ਜਾਂਦਾ, ਕਿਉਂਕਿ ਜਪਣ ਵਾਲੇ ਦੀ ਇੱਕ ਤੇ ਵਾਈਬ੍ਰੇਸ਼ਨ, ਜਿਹੜਾ ਜਪਦਾ ਹੈ ਉਹ ਇੱਕ ਰੂਹਾਨੀ ਪ੍ਰਭਾਵ, ਇੱਕ ਉਹਦਾ ਸਰੀਰਕ ਕਰਮਾਂ ਦਾ ਪ੍ਰਭਾਵ, ਉਹਦੇ ਵਿਹਾਰ ਦਾ ਪ੍ਰਭਾਵ ਪੈਂਦਾ ਹੈ ਤੇ ਸਹਿਜੇ ਸਹਿਜੇ ਦੂਜਿਆਂ ਦੇ ਜੀਵਨ ਵੀ ਠੀਕ ਹੈ 100% ਨਾ ਬਦਲਦੇ ਹੋਣ, ਨਹੀਂ ਬਦਲਦਾ ਹੈ ਸਮਾਜ ਕਦੇ ਵੀ। ਦੇਖੋ ਨਾ ਤੇ 100% ਬੁਰਾਈਆਂ ਹੁੰਦੀਆਂ ਨੇ, ਨਾ ਹੀ ਚੰਗਿਆਈਆਂ ਹੁੰਦੀਆਂ ਨੇ, ਇੱਕ ਰੇਸ਼ੋ ਹੈ। ਜੇ ਤੇ ਚੰਗਿਆਈਆਂ ਦਾ ਪ੍ਰਭਾਵ ਵੱਧ ਹੈ ਫਿਰ ਸਮਝੋ ਸਮਾਜ ਸਿੱਧੇ ਰਸਤੇ ਤੇ ਜਾ ਰਿਹਾ ਹੈ, ਤੇ ਜੇ ਬੁਰਾਈਆਂ ਦਾ ਪ੍ਰਭਾਵ ਵੱਧ ਗਿਆ ਹੈ ਤੇ ਫਿਰ ਸਮਝੋ ਸੰਸਾਰ ਰਸਾਤਲ 'ਚ ਡਿੱਗ ਰਿਹਾ ਹੈ। ਕਿਸੇ ਵੀ ਜਗ੍ਹਾ ਪਰਿਵਾਰ ਦੀ ਗੱਲ, ਸਮਾਜ ਦੀ ਗੱਲ, ਜਿੱਥੇ ਚੰਗਿਆਈਆਂ ਤੇ ਬੁਰਾਈਆਂ ਦੀ ਇੱਕ ਅਨੁਪਾਤ, ਇੱਕ ਰੇਸ਼ੋ ਬਣੀ ਰਵੇ, ਚੰਗਿਆਈ ਦਾ ਹੱਥ ਉੱਪਰ ਹੋਵੇ, ਫਿਰ ਗੱਲ ਤਰੱਕੀ ਵਾਲੇ ਪਾਸੇ। ਹੁਣ ਜਿੱਥੇ ਜਪਣ ਵਾਲਾ ਰਹੇਗਾ ਉਹਨੇ ਜਪਣ ਦਾ ਉਪਦੇਸ਼ ਦੇਣਾ ਹੈ, ਤੇ ਉਹਦੇ ਉਪਦੇਸ਼ ਨੂੰ ਸੁਣਨ ਵਾਲੇ ਬਹੁਤੇ ਨਹੀਂ ਤੇ ਕੁਝ ਬਦਲਦੇ ਨੇ, ਤੇ ਉਹਦਾ ਫਿਰ ਪ੍ਰਭਾਵ ਪੂਰੇ ਨਗਰ ਤੇ ਪੂਰੇ ਇਲਾਕੇ ਤੇ ਪੈਂਦਾ। ਸਾਡਾ ਇਤਿਹਾਸ ਕਹਿੰਦਾ ਜਿੱਥੇ ਧੰਨ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਸਾਹਿਬ ਵਰਗੇ ਮਹਾਂਪੁਰਖ ਕੋਈ ਇੱਕ ਰਾਤ ਵੀ ਕੱਟ ਜਾਂਦੇ ਸਨ ਤੇ ਲੋਕਾਂ ਦਾ ਜੀਵਨ ਹੀ ਬਦਲ ਜਾਂਦਾ ਸੀ, ਕਿਉਂਕਿ ਉਹਨਾਂ ਦੀ ਆਪਣੀ ਇੱਕ ਕਮਾਈ ਸੀ। ਜਿਸਕੇ ਅੰਤਰ ਬਸਿਆ ਨਿਰੰਕਾਰ,
ਤਿਸਕੀ ਸੀਖ ਤਰੈ ਸੰਸ। ਉਹਨਾਂ ਦੇ ਬੋਲਾਂ ਦੇ ਵਿੱਚ ਵਜਨ, ਉਹਨਾਂ ਦੀ ਕਮਾਈ, ਉਹਨਾਂ ਦੇ ਚਿਹਰਿਆਂ ਦਾ, ਸ਼ਖਸੀਅਤਾਂ ਦਾ ਇੰਨਾ ਜ਼ਿਆਦਾ ਪ੍ਰਭਾਵ ਸੀ ਕਿ ਸੁਣਨ ਵਾਲੇ, ਵੇਖਣ ਵਾਲੇ ਉਹ ਪ੍ਰਭਾਵ ਨੂੰ ਕਬੂਲਦੇ ਸਨ। ਕਬੀਰ ਸਾਹਿਬ ਕਹਿੰਦੇ ਜਪਣ ਵਾਲੇ ਦੀ ਸ਼ਖਸੀਅਤ ਦਾ ਵੀ ਪ੍ਰਭਾਵ ਬਣਦਾ ਹੈ, ਉਹਦਾ ਆਪਣਾ ਜੀਵਨ ਤੇ ਜਪ ਕੇ ਸਫਲ ਹੁੰਦਾ ਹੀ ਹੈ। ਉਹ ਕੀਤੀ ਛੁੱਟੀ ਨਾਲ ਨਾਲ ਹੋਰ ਕਈਆਂ ਦਾ ਵੀ ਉਧਾਰ ਕਰ ਦਿੰਦਾ ਹੈ। ਮੰਨੈ ਤਰੇ ਤਾਰੇ ਗੁਰਸਿੱਖ। ਕਬੀਰ ਸੋਈ ਕੁਲ ਭਲੀ ਜਾਂ ਕੁਲ ਹਰ ਕੋ ਦਾਸ। ਕਹਿੰਦੇ ਉਹ ਕੁਲ ਭਲੀ ਹੈ ਜਿਹੜੀ ਕੁਲ ਦੇ ਵਿੱਚ, ਜਿਹੜੇ ਪਰਿਵਾਰ ਦੇ ਵਿੱਚ ਪਰਮਾਤਮਾ ਦਾ ਨਾਮ ਜਪਣ ਵਾਲਾ ਕੋਈ ਗੁਰਮੁਖ ਪੈਦਾ ਹੋਇਆ, ਕੋਈ ਵਾਹਿਗੁਰੂ ਦਾ ਦਾਸ ਪੈਦਾ ਹੋਇਆ। ਕਿਉਂਕਿ ਜਪਣ ਵਾਲੇ ਦਾ ਪ੍ਰਭਾਵ, ਜਿਵੇਂ ਪਿਛਲੇ ਸ਼ਲੋਕ 'ਚ ਉਹ ਕਹਿੰਦੇ ਪੂਰੇ ਨਗਰ ਤੇ ਪਿੰਡ ਤੇ ਪੈਂਦਾ ਹੈ, ਇਸੇ ਤਰ੍ਹਾਂ ਜਪਣ ਵਾਲੇ ਦਾ ਪ੍ਰਭਾਵ ਉਹ ਪਰਿਵਾਰ ਦੇ ਉੱਪਰ ਵੀ ਪੈਂਦਾ ਹੈ, ਆਪਣੀ ਕੁਲ ਦੇ ਉੱਪਰ ਵੀ ਪੈਂਦਾ ਹੈ। ਜੇ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ। ਤੇ ਜਿਹੜੀ ਕੁਲ ਦੇ ਵਿੱਚ ਕਬੀਰ ਜੀ ਕਹਿੰਦੇ ਕੋਈ ਰੱਬ ਨੂੰ ਜਪਣ ਵਾਲਾ ਹੈ ਹੀ ਨਹੀਂ ਹੈ, ਜਿਹੜੇ ਘਰ 'ਚ ਕੋਈ ਰੱਬ ਦਾ ਨਾਮ ਹੀ ਨਹੀਂ ਲੈਂਦਾ ਹੈ, ਤੇ ਉਹ ਕੁਲ ਤੇ ਉਹ ਪਰਿਵਾਰ ਦੀ ਹਾਲਤ ਤੇ ਢਾਕ ਪਲਾਸ ਦੇ ਨਕੰਮੇ ਰੁੱਖ ਦੀ ਤਰ੍ਹਾਂ ਹੈ। ਜਿਵੇਂ ਬਾਣੀ 'ਚ ਇੱਕ ਸਿੰਬਲ ਦਾ ਦਰਖਤ ਜਾਂ ਇੱਕ ਇਹ ਢਾਕ ਪਲਾਸ ਦੇ ਦਰਖਤ ਦੀ ਗੱਲ ਕੀਤੀ ਗਈ। ਸਿੰਬਲ ਦੇ ਦਰਖਤ ਬਾਰੇ ਵੀ ਗੁਰੂ ਕਹਿੰਦੇ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਥ। ਨਾ ਉਹਦੇ ਫਲ ਕਿਸੇ ਕੰਮ ਦੇ, ਨਾ ਉਹਦੇ ਫੁੱਲ ਕਿਸੇ ਕੰਮ ਦੇ, ਨਾ ਉਹਦੇ ਪੱਤੇ ਕਿਸੇ ਕੰਮ ਆਉਂਦੇ ਨੇ। ਇਸੇ ਤਰ੍ਹਾਂ ਇਹ ਢਾਕ ਪਲਾਸ, ਪੱਤੇ ਹੁੰਦੇ ਤੇ ਬੜੇ ਵੱਡੇ ਵੱਡੇ ਨੇ ਪਰ ਕੰਮ ਕਿਸੇ ਨਹੀਂ ਆਉਂਦੇ, ਨਾ ਇਹਦੇ ਫਲ ਫੁੱਲ ਕਿਸੇ ਕੰਮ ਆਉਂਦੇ ਨੇ। ਤੇ ਕਬੀਰ ਸਾਹਿਬ ਕਹਿੰਦੇ ਉਹ ਮਨੁੱਖ ਢਾਕ ਪਲਾਸ ਦੀ ਤਰ੍ਹਾਂ ਹੀ, ਜੇ ਉਹ ਕੁੱਲ ਢਾਕ ਪਲਾਸ ਦੀ ਤਰ੍ਹਾਂ ਹੀ ਆ, ਜਿਸ ਕੁੱਲ ਦੇ ਵਿੱਚ ਕੋਈ ਰੱਬ ਦਾ ਨਾਂ ਲੈਣ ਵਾਲਾ, ਜਿਸ ਪਰਿਵਾਰ 'ਚ ਕੋਈ ਰੱਬ ਦਾ ਨਾਂ ਧਿਆਉਣ ਵਾਲਾ ਨਹੀਂ ਹੈ। ਕਬੀਰ ਹੈ ਗਏ ਬਾਹਨ ਸਗਨ ਘਨ ਲਾਖ ਤਜਾ ਪਹਿਰਾਏ। ਕਬੀਰ ਸਾਹਿਬ ਕਹਿੰਦੇ ਕੋਈ ਮਨੁੱਖ ਹੋਵੇ, ਉਹਦਾ ਪ੍ਰਤਾਪ ਬੜਾ ਹੋਵੇ, ਹੈ ਗਏ, ਗਏ ਦਾ ਮਤਲਬ ਹੈ ਹਾਥੀ ਆਦਿਕ, ਗਏ ਹਾਥੀ, ਤੇ ਹੈ ਮਤਲਬ ਹੈ ਘੋੜੇ। ਕਿਸੇ ਦੇ ਕੋਲ, ਕਿਸੇ ਦੇ ਕਾਫਲੇ ਦੇ ਵਿੱਚ ਬਹੁਤ ਹਾਥੀ ਹੋਣ, ਘੋੜੇ ਹੋਣ ਔਰ ਰਥ ਹੋਣ, ਤੇ ਜਦੋਂ ਉਹ ਬੰਦਾ ਚੱਲਦਾ ਹੋਵੇ ਉਹਦੇ ਸਿਰ ਤੇ ਝੰਡੇ ਵੀ ਉਹਦੇ ਨਾਲ ਝੁੱਲਦੇ ਹੋਣ, ਛਤਰ ਵੀ ਉਹਦੇ ਸਿਰ ਤੇ ਹੋਣ, ਭਾਵ ਕਿਸੇ ਦਾ ਬਾਹਰੀ ਤੌਰ ਤੇ ਇੱਦਾਂ ਬਹੁਤ ਪ੍ਰਤਾਪ ਹੋਵੇ, ਪ੍ਰਭਾਵ ਹੋਵੇ, ਧਨ ਦਾ ਕੋਈ ਘਾਟਾ ਨਹੀਂ, ਰਾਜ ਭਾਗ ਸਲਤਨਤ ਦਾ ਘਾਟਾ ਨਹੀਂ, ਹਾਥੀ ਘੋੜਿਆਂ ਦਾ ਘਾਟਾ ਨਹੀਂ, ਜੈ ਜੈਕਾਰ ਦਾ ਕੋਈ ਘਾਟਾ ਨਹੀਂ। ਜੇ ਜੀਵਨ ਦੇ ਵਿੱਚ ਘਾਟ ਹੈ, ਉਹ ਹੈ ਪਰਮਾਤਮਾ ਦੀ ਬੰਦਗੀ ਦੀ, ਇਬਾਦਤ ਦੀ ਘਾਟ, ਨਾਮ ਦੀ ਘਾਟ। ਵਾਹਿਗੁਰੂ ਦੇ ਨਾਮ ਤੋਂ ਕੋਈ ਟੁੱਟਿਆ ਹੋਵੇ ਪਦਾਰਥ, ਉਹਦੇ ਕੋਲ ਸਾਰੇ ਹੀ ਹੋਣ, ਸਾਰੇ ਪਦਾਰਥ ਹੋਣ, ਬਾਹਰ ਦੇ ਸੁੱਖ ਸਾਰੇ ਭੋਗਦਾ ਹੋਵੇ, ਪਰ ਇਬਾਦਤ ਬੰਦਗੀ ਧਰਮ ਤੋਂ ਟੁੱਟਿਆ ਹੈ। ਤੇ ਕਬੀਰ ਸਾਹਿਬ ਕਹਿੰਦੇ ਆ ਸੁੱਖ ਤੇ ਭਿੱਖਿਆ ਭਲੀ ਜੋ ਹਰ ਸਿਮਰਤ ਦਿਨ ਜਾਏ। ਇੱਦਾਂ ਦੇ ਬਾਹਰ ਦੇ ਸੁੱਖ ਦੇ ਨਾਲੋਂ ਤੇ ਭੀਖ ਮੰਗ ਕੇ ਜਿਉਣਾ ਕਿਤੇ ਜ਼ਿਆਦਾ ਬਿਹਤਰ ਹੈ। ਜੇ ਬਾਹਰ ਦੇ ਪਦਾਰਥ ਤੇ ਹਨ ਪਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੀ ਜ਼ਿੰਦਗੀ ਦਿਨ ਲੰਘ ਰਹੇ ਹਨ, ਤੇ ਉਹ ਸੁੱਖ ਕਾਦੇ ਹਨ? ਉਹ ਤੇ ਅਸਲ ਦੇ ਵਿੱਚ ਵਿਸ਼ ਗੰਦਲਾਂ ਹਨ, ਅਧਿਆਤਮਕ ਰਸਤੇ ਦੀਆਂ ਸੂਲਾਂ ਹਨ। ਉਹ ਪਦਾਰਥ ਜਿਹੜੇ ਪਦਾਰਥਾਂ ਨੇ ਰੱਬ ਤੋਂ ਤੋੜ ਦਿੱਤਾ। ਇੱਕ ਜਗ੍ਹਾ ਮਹਾਰਾਜ ਕਹਿੰਦੇ ਅਤ ਸੁੰਦਰ ਕਲੀਨ ਚਤਰ ਮੁਖ ਗਿਆਨੀ ਧਨਵੰਤ। ਸਿਆਣਪ ਵੀ ਕਿਸੇ ਕੋਲ ਹੋਏ, ਧਨ ਵੀ ਹੋਵੇ, ਸੁੰਦਰਤਾ ਵੀ ਹੋਵੇ, ਉੱਚੀ ਕੁੱਲ ਵੀ ਹੋਵੇ, ਗਿਆਨ ਵੀ ਹੋਵੇ, ਪਰ ਜੇ ਨਹੀਂ ਹੈ ਤੇ ਵਾਹਿਗੁਰੂ ਦਾ ਨਾਮ ਨਹੀਂ ਹੈ, ਮਾਲਕ ਦੀ ਪ੍ਰੀਤ ਨਹੀਂ ਹੈ। ਅਤ ਸੁੰਦਰ ਕਲੀਨ ਚਤਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ। ਕਿਸੇ ਦੇ ਕੋਲ ਰਹਿਣ ਦੇ ਲਈ ਸੇਜਾਂ ਬੜੀਆਂ ਸੋਹਣੀਆਂ ਹੋਣ, ਅਨੇਕਾਂ ਸੁੱਖ ਦੇ ਸਾਧਨ ਮੌਜੂਦ ਹੋਣ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ। ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਘਰ ਵੀ ਸੋਨੇ ਦਾ ਬਣਿਆ, ਹੀਰੇ ਮੋਤੀ ਉਹਦੇ 'ਚ ਜੜੇ ਹੋਣ। ਇੰਨੇ ਸੋਹਣੇ ਘਰ 'ਚ ਕੋਈ ਰਹਿੰਦਾ ਹੋਵੇ,
ਗ੍ਰਹਿ ਸੋਇਨ ਚੰਦਨ ਸੁਗੰਧ, ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾਹੀ ਵਿਸੂਰੇ। ਹੁਣ ਬਾਹਰੀ ਤੌਰ 'ਤੇ ਅਸੀਂ ਕਵਾਂਗੇ ਜੀ ਜਿਹਦਾ ਘਰ ਸੋਨੇ ਦਾ ਬਣਿਆ, ਹੀਰੇ ਮੋਤੀ ਉਹਦੀਆਂ ਦੀਵਾਰਾਂ 'ਤੇ ਜੜੇ ਹੋਏ ਨੇ, ਬੰਦਾ ਮਨ ਇੱਛੇ ਸੁੱਖ ਮਾਣਦਾ ਪਿਆ ਹੈ, ਕਿਆ ਕਮਾਲ ਹੈ ਜੀ, ਬੜਾ ਸੁੱਖ ਭੋਗ ਰਿਹਾ ਉਹ ਬੰਦਾ, ਤੇ ਬੜਾ ਉੱਤਮ ਹੈ, ਬੜਾ ਉੱਚਾ ਹੈ। ਪਰ ਗੁਰੂ ਸਾਹਿਬ ਨੂੰ ਪੁੱਛੀਏ, ਧੰਨ ਗੁਰੂ ਅਰਜਨ ਦੇਵ ਜੀ, ਤੁਸੀਂ ਦੱਸੋ ਇੱਦਾਂ ਦਾ ਬੰਦਾ ਤੁਹਾਡੀ ਨਜ਼ਰ ਦੇ ਵਿੱਚ ਕੀ ਹੈ? ਰੱਬ ਦਾ ਨਾਮ, ਬੰਦਗੀ, ਇਬਾਦਤ ਉਹਦੇ ਜੀਵਨ ਦੇ ਵਿੱਚ ਨਹੀਂ ਜੇ, ਬਾਕੀ ਸੰਸਾਰ ਦੇ ਸਾਰੇ ਸੁੱਖ ਉਹਦੇ ਕੋਲ ਹਨ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉੱਤਰ ਵੇਖੋ। ਮਹਾਰਾਜ ਕਹਿੰਦੇ, ਗ੍ਰਹਿ ਸੋਇਨ ਚੰਦਨ ਸੁਗੰਧ, ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾਹੀ ਬਸੂਰੇ, ਸੋ ਪ੍ਰਭ ਚਿਤ ਨਾ ਆਵਈ ਵਿਸ਼ਟਾ ਕੇ ਕੀਰੇ। ਬੇਸ਼ੱਕ ਬਾਹਰ ਦੇ ਪਦਾਰਥ ਸਾਰੇ ਉਹਦੇ ਕੋਲ ਹਨ, ਜੇ ਰੱਬ ਦਾ ਨਾਂ ਉਹਦੀ ਜ਼ਿੰਦਗੀ ਦੇ ਵਿੱਚ ਨਹੀਂ ਹੈ, ਉਹ ਬੰਦਾ ਗੰਦਗੀ ਦੇ ਕੀੜੇ ਤੋਂ ਵੱਧ ਕੇ ਕੁਝ ਨਹੀਂ ਜੇ, ਜਿਹਦੇ ਪੱਲੇ ਵਾਹਿਗੁਰੂ ਦਾ ਨਾਮ ਨਹੀਂ ਹੈ, ਪਰਮਾਤਮਾ ਦਾ ਨਾਮ ਨਹੀਂ। ਕਬੀਰ ਸਾਹਿਬ ਕਹਿੰਦੇ, ਕੀ ਲੈਣਾ ਇੱਦਾਂ ਦੇ ਝੁਲਦੇ ਹੋਏ ਝੰਡਿਆਂ ਨੂੰ, ਅੱਗੇ ਪਿੱਛੇ ਚੱਲਦੇ ਹਾਥੀ ਘੋੜਿਆਂ ਨੂੰ, ਜੇ ਰੱਬ ਦਾ ਨਾਮ ਹੀ ਜ਼ਿੰਦਗੀ ਦੇ ਵਿੱਚ ਨਹੀਂ ਹੈ, ਤੇ ਇੱਦਾਂ ਦੇ ਸੁੱਖ ਦੇ ਨਾਲੋਂ ਤੇ ਅਸੀਂ ਭੀਖ ਮੰਗ ਕੇ ਗੁਜ਼ਾਰਾ ਕਰ ਲਵਾਂਗੇ। ਪਰ ਜ਼ਿੰਦਗੀ 'ਚ ਵਾਹਿਗੁਰੂ ਦੇ ਨਾਮ ਦੀ, ਧਨ ਦੀ ਕਮਾਈ ਹੋਣੀ ਚਾਹੀਦੀ ਹੈ, ਵਾਹਿਗੁਰੂ ਦਾ ਨਾਮ ਧਨ ਹੋਣਾ ਚਾਹੀਦਾ। ਤੇ ਗੁਰੂ ਨੇ ਅਸਲ 'ਚ ਉੱਤਮ ਮੰਨਿਆ ਵੀ ਉਹਨੂੰ ਹੈ ਜਿਹਦੇ ਪੱਲੇ ਨਾਮ ਹੈ। ਪਰ ਰੋਜ਼ ਗੁਰੂ ਕੇ ਬਚਨ ਪੜ੍ਹਦੇ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਫਰਕ ਇਹ ਹੈ, ਕੋਈ ਅੰਦਰੋਂ ਰੱਜਿਆ ਹੁੰਦਾ ਹੈ ਤੇ ਕਿਸੇ ਦੇ ਕੋਲ ਬਾੜ ਬੜੇ ਪਦਾਰਥ ਹੁੰਦੇ ਨੇ, ਪਰ ਹੁੰਦਾ ਬੰਦਾ ਅੰਦਰ ਤੋਂ ਭੁੱਖਾ ਹੈ। ਸੋ ਗੁਰੂ ਕੋਲੋਂ ਅੰਦਰ ਦੀ ਤ੍ਰਿਪਤੀ ਮੰਗੀਏ, ਅੰਦਰ ਦਾ ਸਬਰ ਤੇ ਸੰਤੋਖ ਮੰਗੀਏ। ਜੇ ਅੰਦਰ ਸਬਰ ਹੈ, ਸੰਤੋਖ ਹੈ, ਤ੍ਰਿਪਤੀ ਹੈ, ਫਿਰ ਤੇ ਬੰਦਾ ਰੁੱਖੀ ਮਿੱਸੀ ਦੇ ਵਿੱਚ ਵੀ ਸ਼ੁਕਰ ਕਰਦਾ ਹੈ। ਤੇ ਜੇ ਅੰਦਰ ਲੋਭ ਲਾਲਚ ਭਰਿਆ ਤੇ 36 ਪ੍ਰਕਾਰ ਦੇ ਪਕਵਾਨ ਵੀ ਹੋਣ ਤੇ ਲੋਕ ਤਾਂ ਵੀ ਤਰਕ ਕਰੀ ਜਾਂਦੇ ਨੇ। ਸੋ ਗੁਰੂ ਕਿਰਪਾ ਕਰੇ, ਸਬਰ ਸੰਤੋਖ ਸਿਮਰਨ ਭਜਨ ਵਾਲਾ ਜੀਵਨ ਬਣੇ, ਜੀਵਨ ਸਫਲ ਹੋਵੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।